और जे दाऊद ने हमेशा प्रभु ने इज्जत दी तब प्रभु ने उसकी इज्जत को बहुत बढ़ाया। जे दाऊद ने प्रभु का आदर किया तो प्रभु ने उसके आदर नूं बहुत बढ़ाया। मेरे नाल अज असीं 18वें चैप्टर दे विच आ। जॉन का कोई 12वां भाव कड्डे यूहन्ना दा 188 पन्ना नवीं नियम दा और उसकी 20 तो लैके 26 आयत तक खोज पढ़दे। मैं पढ़ती नहीं पास ਜਿਹੜੇ ਲੋਕੀ ਤਿਉਹਾਰ ਉੱਤੇ ਉਪਾਸਨਾ ਕਰਨ ਦੇ ਲਈ ਆਏ ਹੋਏ ਸਨ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ। ਇਹ ਹੀ ਆ ਨਾ ਚੈਪਟਰ ਪਾਸਟਰ ਜੀ? ਉਹ ਯੂਨਾਨੀ ਫਿਲਿਪਸ ਕੋਲ ਆਏ। ਫਿਲਿਪਸ ਗਲੀਲ ਦੇ ਨਗਰ ਬੈਤਸਦਾ ਦਾ ਰਹਿਣ ਵਾਲਾ ਸੀ। ਉਹਨਾਂ ਯੂਨਾਨੀਆਂ ਨੇ ਫਿਲਿਪਸ ਅੱਗੇ ਬੇਨਤੀ ਕੀਤੀ, ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਫਿਲਿਪਸ ਨੇ ਅੰਦਰਿਆਸ ਕੋਲ ਜਾ ਕੇ ਦੱਸਿਆ। ਫਿਰ ਉਹਨਾਂ ਦੋਹਾਂ ਨੇ ਯਿਸੂ ਨੂੰ ਇਹ ਦੱਸਿਆ। ਯਿਸੂ ਨੇ ਉਹਨਾਂ ਦੋਹਾਂ ਨੂੰ ਉੱਤਰ ਦਿੱਤਾ, ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਇੱਕ ਸੱਚਾਈ ਦੱਸਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ, ਪਰ ਜਦੋਂ ਇਹ ਮਰ ਜਾਂਦਾ ਹੈ ਤਾਂ ਇਹ ਬਹੁਤ ਫਲਦਾ ਹੈ। ਜੋ ਆਪਣੇ ਪ੍ਰਾਣ ਨਾਲ ਪਿਆਰ ਕਰਦਾ ਹੈ ਉਹ ਉਸ ਨੂੰ ਨਾਸ਼ ਕਰਦਾ ਹੈ, ਪਰ ਜੋ ਆਪਣੇ ਪ੍ਰਾਣ ਨੂੰ ਇਸ ਸੰਸਾਰ ਵਿੱਚ ਨਫ਼ਰਤ ਕਰਦਾ ਹੈ ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ। ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ ਮੇਰੇ ਪਿੱਛੇ ਚੱਲੇ, ਤਾਂ ਜੋ ਜਿੱਥੇ ਮੈਂ ਹਾਂ ਮੇਰਾ ਸੇਵਾਦਾਰ ਹੋਵੇ। ਜੋ ਮੇਰੀ ਸੇਵਾ ਕਰਦਾ ਹੈ ਮੇਰਾ ਪਿਤਾ ਉਸਦਾ ਆਦਰ ਕਰੇਗਾ। मेरा पिता उसका आदर करेगा। बड़ा ही ये प्यारा हिस्सा है। यानी कि आदर वो हुंदा जिहड़ा कोई खो ना सके। अगर बाप दा आदर साडे नाल असीं उसके पीछे चलदे हां ते फिर वो आदर अपने हथ दे नाल दिंदा, उसनूं कोई नहीं खो सकदा। उस सदीपक उस सदा साडे नाल। सो दाऊद ने अपनी जिंदगी दे विच जिन्ने समय तक बाप नूं आदर दिता, प्रभु नूं आदर दिता, प्रभु ने उसनूं उस तों भी उच्चा उठा के बिठाया। जिहड़ी जिंदगी दे विच आदर वाली थां असीं अपने प्रभु दी बनाउने आ ना, उत्थे सानूं बिठा दिंदा। जिन्ना असीं उसनूं उच्चा चुकदे हां ਉਹ ਸਾਨੂੰ ਉਨਾ ਉੱਚਾ ਚੁੱਕਦਾ। ਇਹ ਇੱਕ ਲਾ ਆ ਪ੍ਰਭੂ ਦਾ ਜਿਹੜਾ ਦੇਖਣ ਵਾਲਾ, ਔਰ ਬਹੁਤਿਆਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਦੇਖੋਗੇ। ਇਹ 18ਵੇਂ ਜ਼ਬੂਰ ਦੇ ਨਾਲ ਸਿਰਫ 18ਵੇਂ ਚੈਪਟਰ ਦੇ ਨਾਲ 2 ਜ਼ਬੂਰ ਜੁੜੇ ਹੋ। ਸੋ ਅਸੀਂ ਇੱਕ ਜ਼ਬੂਰ ਪਹਿਲਾਂ ਪੜਾਂਗੇ ਔਰ ਇੱਕ ਜ਼ਬੂਰ 18ਵੇਂ ਚੈਪਟਰ ਤੋਂ ਬਾਅਦ ਪੜਾਂਗੇ। ਸੋ ਆਓ ਸਭ ਤੋਂ ਪਹਿਲਾਂ ਪੜ੍ਹੀਏ ਜ਼ਬੂਰ 5। अगर तुसी लिखण दे आदी हैं तो इन्हां जबूरां नूं तुसी नाल नाल उत्थे लिखते जाओ, ताकि सानू असीं जिसले दोबारा देखिए प्रभु दा वचन दोबारा मौका मिले किते तां याद आ जांदियां चीज़ां और बड़ियां मददगार होंदियां। सो कोई जाना जबूर 5 हुण पहलां पढ़दा है, फिर असीं इस तो अगे बढ़ते हैं। सुरक्षा दे लई प्रार्थना। संगीत दल दे आगू लई बांसुरियां दे नाल दाऊद दा भजन। हे प्रभु, मेरियां बेनतियां नूं सुण, मेरे कराहण उत्ते ध्यान कर। हे मेरे राजा, मेरे परमेश्वर, तू मेरी पुकार सुण, तू मेरी मदद कर, मैं तेरे अगे प्रार्थना करदा हां। हे प्रभु, तू अमृत वेले मेरी आवाज सुनदा है। अमृत वेले मैं तेरे अगे अपनी बेनती रखदा हां अते मैं तेरे उत्तर दी उड़ीक करदा हां। तू इहो जिहा परमेश्वर नहीं जो दुष्टता तो खुश हुंदा है। बुराई ਤਾਂ तेरे अगे ठहर ही नहीं सकती। हंकारी तेरे सामने खड़े ना हो सकणगे। तू सब बुरे काम करन वालियां नूं घिरना करदा है। हे प्रभु, तू सब झूठ बोलण वालियां नूं नाश करदा है। तू खूनियां ते धोखेबाजां नाल घिरना करदा है, पर तेरे असीम प्यार दे कारण
ਮੈਂ ਤੇਰੇ ਘਰ ਦੇ ਅੰਦਰ ਆ ਸਕਦਾ ਹਾਂ। ਮੈਂ ਤੇਰਾ ਭੈ ਰੱਖਦਾ ਹੋਇਆ ਤੇਰੇ ਮੰਦਿਰ ਵਿੱਚ ਤੇਰੀ ਉਪਾਸਨਾ ਕਰਾਂਗਾ। ਮੇਰੀ ਘਾਤ ਵਿੱਚ ਬਹੁਤ ਸਾਰੇ ਵੈਰੀ ਬੈਠੇ ਹਨ। हे ਪ੍ਰਭੂ, ਤੂੰ ਮੈਨੂੰ ਆਪਣੇ ਭਲੇ ਰਾਹ ਤੇ ਲੈ ਚੱਲ। ਤੂੰ ਆਪਣਾ ਰਾਹ ਮੇਰੇ ਸਾਹਮਣੇ ਸਾਫ਼ ਕਰ। ਮੇਰੇ ਵੈਰੀਆਂ ਦੇ ਬੋਲ ਭਰੋਸੇਯੋਗ ਨਹੀਂ ਹਨ। ਉਹਨਾਂ ਦੇ ਦਿਲਾਂ ਦੇ ਅੰਦਰ ਤਬਾਹੀ ਹੈ। ਉਹਨਾਂ ਦੀਆਂ ਗੱਲਾਂ ਮੌਤ ਦਾ ਪੈਗਾਮ ਹਨ। ਉਹ ਮੱਕਾਰੀ ਨਾਲ ਭਰੀਆਂ ਹੋਈਆਂ ਹਨ। हे ਪਰਮੇਸ਼ਵਰ, ਤੂੰ ਉਹਨਾਂ ਨੂੰ ਅਪਰਾਧੀ ਠਹਿਰਾ। ਤੂੰ ਉਹਨਾਂ ਨੂੰ ਉਹਨਾਂ ਦੀਆਂ ਵਿਉਂਤਾਂ ਦੇ ਕਾਰਨ ਹੀ ਡਿੱਗਣ ਦੇ। ਤੂੰ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਦੀ ਅਧਿਕਤਾ ਕਾਰਨ ਬਾਹਰ ਕੱਢ ਦੇ। ਉਹਨਾਂ ਨੇ ਤੇਰੇ ਵਿਰੁੱਧ ਵਿਦਰੋਹ ਕੀਤਾ ਹੈ, ਪਰ ਜਿਨ੍ਹਾਂ ਨੇ ਤੇਰੇ ਤੇ ਭਰੋਸਾ ਕੀਤਾ ਹੈ ਪਰ ਜਿਨ੍ਹਾਂ ਨੇ ਤੇਰੇ ਤੇ ਭਰੋਸਾ ਕੀਤਾ ਹੈ ਖੁਸ਼ੀ ਵਿੱਚ ਜੈ ਜੈਕਾਰ ਕਰਨ। ਉਹਨਾਂ ਨੂੰ ਹਮੇਸ਼ਾ ਆਨੰਦ ਭਰੇ ਗੀਤ ਗਾਵਣ ਦੇ। ਤੂੰ ਉਹਨਾਂ ਦੀ ਸੁਰੱਖਿਆ ਕਰ ਜੋ ਤੇਰੇ ਨਾਂ ਨੂੰ ਪਿਆਰ ਕਰਦੇ ਹਨ। ਉਹਨਾਂ ਨੂੰ ਆਪਣੇ ਸਾਹਮਣੇ ਹੋਰ ਖੁਸ਼ ਹੋਣ ਦੇ। हे ਪ੍ਰਭੂ, ਤੂੰ ਭਲੇ ਮਨੁੱਖ ਨੂੰ ਅਸੀਸਤ ਕਰਦਾ ਹੈ। ਤੂੰ ਢਾਲ ਬਣ ਕੇ ਉਹਨਾਂ ਦੀ ਸੁਰੱਖਿਆ ਕਰ। ਕਿੰਨਾ ਪਿਆਰਾ ਭਜਨ ਕਿ ਉਸਨੂੰ ਆਪਣੇ ਪ੍ਰਭੂ ਤੇ ਕਿੰਨੀ ਆਸ ਆ। ਕਿਸ ਤਰ੍ਹਾਂ ਉਹ ਆਪਣੇ ਦਿਲ ਦੀ ਹਰੇਕ ਗੱਲ, ਮੋਸਟਲੀ ਅਸੀਂ ਆਹ ਗੱਲ ਚੁਗਲੀਆਂ ਚ ਕਰਦੇ, ਲੇਕਿਨ ਨਹੀਂ, ਉਹ ਆਪਣੇ ਦਿਲ ਦੀ ਸਾਰੀ ਗੱਲ ਪ੍ਰਭੂ ਦੇ ਨਾਲ ਕਰਦਾ। ਆਪਣੇ ਦਿਲ ਦੀ ਹਰ ਇੱਕ ਗੱਲ ਉਹ ਪ੍ਰਭੂ ਦੇ ਨਾਲ ਕਰਦਾ। ਕੋਈ ਗੱਲ ਐਸੀ ਨਹੀਂ ਉਹ ਪਿੱਛੇ ਰੱਖਦਾ ਜਿਹੜੀ ਉਹ ਪ੍ਰਭੂ ਦੇ ਨਾਲ ਨਹੀਂ ਕਰਦਾ। ਇਹ ਹੈ ਪ੍ਰਭੂ ਦੇ ਨਾਲ ਗੱਲਬਾਤ, ਇਹ ਹੈ ਪ੍ਰਭੂ ਦੇ ਨਾਲ ਰਿਸ਼ਤਾ। ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਸ ਲਈ ਅਸੀਂ ਏਦਾਂ ਪ੍ਰਭੂ ਦੇ ਨਾਲ, ਆਪਣੇ ਪ੍ਰਭੂ ਦੇ ਨਾਲ ਸ਼ੇਅਰ ਕਰਦੇ ਪਏ, ਇਹ ਸਾਡਾ, ਇਸ ਤਰ੍ਹਾਂ ਸਾਡਾ ਰਿਲੇਸ਼ਨਸ਼ਿਪ ਪ੍ਰਭੂ ਦੇ ਨਾਲ ਬਣਦਾ ਕਿ ਉਹ ਸਾਡੇ ਲਈ ਉਹ ਸਵਰਗ ਦੇ ਵਿੱਚ ਬੈਠਾ ਉੱਚੇ ਸਿੰਘਾਸਨ ਤੇ ਬੈਠਾ ਨਹੀਂ ਰਹਿ ਜਾਂਦਾ। ਉਹ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਸਿੰਘਾਸਨ ਤੋਂ ਉੱਠ ਕੇ ਆਇਆ ਹੁੰਦਾ ਔਰ ਮੇਰੀ ਗੱਲ ਸੁਣ ਲਿਆ ਔਰ ਬੜੇ ਸਕੂਨ ਦੇ ਨਾਲ ਅਸੀਂ ਬਾਤ ਦੇ ਵਿੱਚ ਉੱਠਦੇ। ਇਸ ਲਈ ਅਸੀਂ ਆਪਣੇ ਦਿਲ ਦੀ ਗੱਲ ਪ੍ਰਭੂ ਦੇ ਨਾਲ ਕਰਦੇ ਹਾਂ। ਉਸ ਤੋਂ ਬਾਅਦ ਬੜੇ ਸਕੂਨ ਦੇ ਨਾਲ ਅਸੀਂ ਉਸ ਦੀ ਹਜ਼ੂਰੀ ਚ ਉੱਠਦੇ, ਆਪਣੀ ਸ਼ਾਂਤੀ ਦਿੰਦਾ। ਆ ਜਿਹੜੀਆਂ ਸਾਰੀਆਂ ਚੀਜ਼ਾਂ ਉਸਨੇ ਕਹੀਆਂ, ਮੇਰੇ ਵੈਰੀ ਕਿੱਦਾਂ ਦੇ ਆ, ਮੇਰੇ ਪਿਆਰ ਕਰਨ ਵਾਲੇ ਕਿੱਦਾਂ ਦੇ ਆ, ਇਹ ਸਾਰੀ ਗੱਲ ਉਸਨੇ ਪ੍ਰਭੂ ਨੂੰ ਕਹੀ ਹੈ। ਦਾਊਦ ਦੇ ਜ਼ਬੂਰ ਕਦੀ ਵੀ ਅਸੀਂ ਪੜ੍ਹੀਏ ਦੇਖੇ, ਤੁਸੀਂ ਹਮੇਸ਼ਾ ਦੇਖੋਗੇ ਤੇ ਉਹਦੀ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ। ਤੁਸੀਂ ਬੇਸਿਕਲੀ ਅਸੀਂ ਉਸਦੇ ਏਦਾਂ ਹੁੰਦਾ ਕਿ ਜਿੱਦਾਂ ਅਸੀਂ ਉਸਦੇ ਨਾਲ ਖੜੇ ਹੁੰਦੇ। ਆਪਣੀ ਹਰ ਇੱਕ ਚੀਜ਼ ਪ੍ਰਭੂ ਨੂੰ, ਹਰ ਇੱਕ ਚੀਜ਼ ਪ੍ਰਭੂ ਨੂੰ ਦੱਸਦਾ। ਉਸ ਨੂੰ ਸਿਵਾਏ ਪ੍ਰਭੂ ਤੋਂ ਹੋਰ ਕਿਸੇ ਤੇ ਯਕੀਨ ਨਹੀਂ, ਹੋਰ ਕਿਸੇ ਦਾ ਯਕੀਨ ਨਹੀਂ ਕਰਦਾ। ਉਸਨੂੰ ਇੰਨਾ ਪਤਾ ਕਿ ਜੇ ਮੇਰਾ ਪ੍ਰਭੂ ਮੇਰੇ ਨਾਲ ਆ ਤੇ ਸਭ ਕੁਛ ਮੇਰੇ ਨਾਲ, ਪਰ ਜੇ ਉਹ ਮੇਰੇ ਨਾਲ ਤੇ ਫਿਰ ਕੁਛ ਵੀ ਮੇਰੇ ਨਾਲ, ਕੁਛ ਵੀ ਔਰ ਕੋਈ ਵੀ ਮੇਰੇ ਨਾਲ। ਹੁਣ ਆਓ ਅਸੀਂ 18ਵੇਂ ਭਾਵ ਦੇ ਵਿੱਚ ਚੱਲੀਏ। ਪਿਛਲੇ ਭਾਵ ਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਊਲ ਨੇ ਹੁਣ ਉਸਨੂੰ ਸਵਾਲ ਕਰਨੇ ਸ਼ੁਰੂ ਕੀਤੇ, ਜਿਸ ਲਈ ਉਸਨੇ ਉਸ ਦੈਂਤ ਨੂੰ ਮਾਰ ਦਿੱਤਾ, ਗੋਲਾਇਥ ਨੂੰ ਮਾਰ ਦਿੱਤਾ। ਤੇ ਹੁਣ ਸਾਊਲ ਨੇ ਉਸਨੂੰ ਪੁੱਛਿਆ ਕਿ ਇਹ ਮੁੰਡਾ ਕੌਣ? ਕਿ ਇੰਨੀ ਦੇਰ ਤੱਕ ਸੰਗੀਤਕਾਰ ਬਣ ਕੇ ਉਹਦੇ ਤੰਬੂ ਦੇ ਵਿੱਚ ਹੋ ਰਿਹਾ ਔਰ ਹਮੇਸ਼ਾ ਜਿਸ ਲਈ ਉਸਨੂੰ ਉਹ ਆਤਮਾ ਸਤਾਉਂਦੀ ਆ ਤੇ ਉਹ ਪ੍ਰਭੂ ਦੇ ਭਜਨ ਗਾਉਂਦਾ ਬੈਠ ਕੇ, ਉਸਦੇ ਨਾਲ ਉਸਨੂੰ ਨੀਂਦ ਆ ਜਾਂਦੀ ਔਰ ਉਸਦੇ ਨਾਲ ਪ੍ਰਭੂ ਦੀ ਹਜ਼ੂਰੀ ਜਿਹੜੀ ਆ ਉੱਥੇ ਹੋਣ ਦੇ ਕਰਕੇ ਉਹ ਬੁਰੀ ਆਤਮਾ ਜਿਹੜੀ ਸਤਾਉਂਦੀ ਆ
उस तो थोड़ी देर के लिए परम हो जाए। लेकिन जिद्दां ही दाऊद जांदा है ते वो आत्मा का प्रभाव उत्थे फिर सो इत्थे असीं देखदे पए मेरे नाल असीं 17वें भाव तो शुरू करांगे 17वें भाव दी 55 आयत तो और 17वें भाव दी 55 आयत तो लैके असीं पहले भाव दीयां 5 आयतां इस दे नाल पढ़ांगे। सो आओ जिसनूं मिल जाए वो इसनूं पढ़ दे। जी मैं पढ़ दूं हाँ। ਜਦੋਂ ਦਾਊਦ ਗੋਲੀਅਤ ਨਾਲ ਲੜਨ ਨਾਲ ਜਾ ਰਿਹਾ ਸੀ ਤਾਂ ਸਾਊਲ पेज ਨੇ नंबर ਆਪਣੇ 10 पेज नंबर हाँ जी पेज नंबर 420 ओके हाँ जी ਜਦੋਂ ਦਾਊਦ ਗੋਲੀਅਤ ਨਾਲ ਲੜਨ ਲਈ ਜਾ ਰਿਹਾ ਸੀ ਤਾਂ ਸਾਊਲ ਨੇ ਆਪਣੇ ਸੈਨਾਪਤੀ ਅਬਨੇਰ ਤੋਂ ਪੁੱਛਿਆ, ਇਹ ਕਿਸ ਤਰ੍ਹਾਂ ਦਾ ਮੁੰਡਾ ਹੈ? ਅਬਨੇਰ ਨੇ ਉੱਤਰ ਦਿੱਤਾ, ਮਹਾਰਾਜ ਮੈਂ ਜਾਣਦਾ ਨਹੀਂ ਹਾਂ। ਸਾਊਲ ਨੇ ਉਸ ਨੂੰ ਆਗਿਆ ਦਿੱਤੀ, ਜਾ ਕੇ ਪਤਾ ਕਰ। ਇਸ ਲਈ ਜਦੋਂ ਦਾਊਦ ਗੋਲੀਅਤ ਨੂੰ ਮਾਰ ਕੇ ਰਾਤ ਵਿੱਚ ਉਸ ਦਾ ਸਿਰ ਫੜੀ ਵਾਪਸ ਆ ਰਿਹਾ ਸੀ ਤਾਂ ਅਬਨੇਰ ਉਸ ਨੂੰ ਸਾਊਲ ਕੋਲ ਲੈ ਗਿਆ। ਸਾਊਲ ਨੇ ਦਾਊਦ ਤੋਂ ਪੁੱਛਿਆ, ਜਵਾਨ ਤੂੰ ਕਿਸ ਦਾ ਪੁੱਤਰ ਹੈ? ਦਾਊਦ ਨੇ ਉੱਤਰ ਦਿੱਤਾ, ਮੈਂ ਤੇਰੇ ਦਾਸ ਜੱਸੀ ਦਾ ਪੁੱਤਰ ਹਾਂ, ਸੋ ਬੈਤਲਹਿਮ ਨਗਰ ਦਾ ਰਹਿਣ ਵਾਲਾ ਹੈ। ਸੋ ਸਾਊਲ ਦੀ ਦਾਊਦ ਨਾਲ ਗੱਲਬਾਤ ਖਤਮ ਹੋ ਗਈ, ਪਰ ਜੋਨਾਥਨ ਨੂੰ ਦਾਊਦ ਬਹੁਤ ਚੰਗਾ ਲੱਗਾ। ਉਹ ਉਸ ਸਮੇਂ ਤੋਂ ਦਾਊਦ ਨੂੰ ਆਪਣੇ ਵਾਂਗ ਹੀ ਪਿਆਰ ਕਰਨ ਲੱਗਾ। ਸਾਊਲ ਨੇ ਉਸ ਦਿਨ ਤੋਂ ਦਾਊਦ ਨੂੰ ਆਪਣੇ ਕੋਲ ਹੀ ਰੱਖ ਲਿਆ ਅਤੇ ਉਸ ਨੂੰ ਆਪਣੇ ਪਿਤਾ ਦੇ ਘਰ ਨਾ ਜਾਣ ਦਿੱਤਾ। ਜੋਨਾਥਨ ਨੇ ਦਾਊਦ ਨਾਲ ਹਮੇਸ਼ਾ ਦੀ ਮਿੱਤਰਤਾ ਦਾ ਨੇਮ ਬੰਨਿਆ ਕਿਉਂਕਿ ਉਹ ਦਾਊਦ ਨੂੰ ਬਹੁਤ ਚਾਹੁੰਦਾ ਸੀ। ਉਸਨੇ ਦਾਊਦ ਨੂੰ ਆਪਣਾ ਚੋਗਾ, ਤਲਵਾਰ, ਤੀਰ ਕਮਾਨ ਅਤੇ ਪਟਕਾ ਦਿੱਤਾ। ਸਾਊਲ ਜਿੱਥੇ ਵੀ ਦਾਊਦ ਨੂੰ ਘੱਲਦਾ ਉਹ ਸਫਲ ਹੋ ਕੇ ਵਾਪਸ ਆਉਂਦਾ ਸੀ। ਇਸ ਲਈ ਸਾਊਲ ਨੇ ਉਸ ਨੂੰ ਆਪਣੀ ਸੈਨਾ ਵਿੱਚ ਉੱਚਾ ਪਦ ਦਿੱਤਾ। ਇਸ ਤੋਂ ਸਾਊਲ ਦੇ ਸਭ ਅਫਸਰ ਅਤੇ ਫੌਜੀ ਖੁਸ਼ ਹੋਏ। फौजी खुश होए, उन्होंने एक अच्छा नेता मिलिया। लेकिन ये भेडां चारन वाले नूं नेता बनाया किन्ने? और एक चीज देखो कि प्रभु किस तरह कदम बाय कदम उसनूं लैके जा रहे, एक एक कदम उसनूं उच्चा चुकदा, एक एक कदम उसनूं बरकत दे रहा। योनाथन ने उसदे नाल मित्रता की, उसदे कई कारण से। सब तो पहला क्योंकि साउल ने वादा किया सी कि इस दे नाल मैं जिहड़ा भी उसनूं मारेगा मैं उसदे नाल अपनी धी दा ब्याह करांगा। सो हुण ओह संगी संबंधी भी बनन जा रहे सी, फैमिली बनन जा रहे सी एक तरह की। सो इस करके भी उसने अपने नेड़े रख लिया ताकि उसनूं होर चीज़ां दी समझ बनी, क्योंकि वह राजा दे परिवार दे विच आ रहा सी। उन्हां सारियां चीज़ां नूं सिखे, पर कौन सिखा रहा? यह मेन चीज़, कौन ये सारियां चीज़ां उसदे लई तैयार कर रहा? किसने प्याला उसदे लई भरिया है? प्रभु ने। हुण जिहड़ियां चीज़ां आ वो चेंज होण लगियां थोड़ियां जिहियां। सो आओ असीं 6 आयत तो लैके 16 आयत तक देखते हैं। पढ़ दें पास्टर जी। हाँ जी। ਸਾਊਲ ਦੀ ਦਾਊਦ ਨਾਲ ਈਰਖਾ। ਜਦੋਂ ਦਾਊਦ ਨੇ ਗੋਲੀਅਥ ਨੂੰ ਮਾਰਿਆ ਤੇ ਇਸ ਦੇ ਪਿੱਛੋਂ ਇਜ਼ਰਾਈਲੀ ਫੌਜ ਵਾਪਸ ਆ ਰਹੀ ਸੀ ਤਾਂ ਹਰ ਇਜ਼ਰਾਈਲ ਨਗਰ ਤੋਂ ਔਰਤਾਂ ਸਾਊਲ ਰਾਜਾ ਦੇ ਸਵਾਗਤ ਲਈ ਨੱਚਦੀਆਂ, ਗਾਉਂਦੀਆਂ, ਡੱਫਾਂ ਤੇ ਝਾਂਜਰਾਂ ਵਜਾਉਂਦੀਆਂ ਨਿਕਲੀਆਂ। ਉਹ ਗਾ ਰਹੀਆਂ ਸਨ, ਸਾਊਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10,000 ਤੇ ਭਾਰੂ ਪਿਆ। ਸਾਊਲ ਨੂੰ ਉਹਨਾਂ ਦਾ ਇਹ ਗੀਤ ਪਸੰਦ ਨਾ ਆਇਆ ਤੇ ਉਹ ਕ੍ਰੋਧਿਤ ਹੋ ਕੇ ਬੋਲਿਆ, ਦਾਊਦ ਦੇ ਲਈ ਤਾਂ ਉਹਨਾਂ 10,000 ਕਿਹਾ ਹੈ, ਪਰ ਮੇਰੇ ਲਈ ਕੇਵਲ 1000 ਕਿਹਾ ਹੈ। ਹੁਣ ਉਸ ਦੇ ਲਈ ਬਾਕੀ ਪਿੱਛੇ ਕੀ ਰਹਿ ਗਿਆ ਹੈ? ਕੇਵਲ ਮੇਰਾ ਰਾਜ। ਇਸ ਲਈ ਉਹ ਉਸ ਦਿਨ ਤੋਂ ਦਾਊਦ ਨਾਲ ਈਰਖਾ ਕਰਨ ਲੱਗਾ। ਅਗਲੇ ਦਿਨ ਪਰਮੇਸ਼ਰ ਵੱਲੋਂ ਦੁਸ਼ਟ ਆਤਮਾ ਸਾਊਲ ਉੱਤੇ ਉਤਰ ਆਇਆ ਅਤੇ ਉਹ ਪਾਗਲ ਆਦਮੀ ਦੀ ਤਰ੍ਹਾਂ ਆਪਣੇ ਘਰ ਵਿੱਚ ਬਹਿਕਣ ਲੱਗਾ। ਉਸ ਵੇਲੇ ਦਾਊਦ ਹਮੇਸ਼ਾ ਦੀ ਤਰ੍ਹਾਂ ਬਰਬਤ ਜਾ ਰਿਹਾ ਸੀ ਅਤੇ ਸਾਊਲ ਦੇ ਹੱਥ ਵਿੱਚ ਨੇਜਾ ਸੀ। ਸਾਊਲ ਨੇ ਸੋਚਿਆ, ਮੈਂ ਇਸੇ ਘੜੀ ਦਾਊਦ ਨੂੰ ਬੰਨ੍ਹ ਦੇਵਾਂਗਾ। ਇਸ ਲਈ ਉਸਨੇ 2 ਵਾਰ ਨੇਜਾ ਦਾਊਦ ਵੱਲ ਸੁੱਟਿਆ, ਪਰ ਦਾਊਦ ਦੋਵੇਂ ਵਾਰ ਆਪਣੀ ਚਲਾਕੀ ਨਾਲ ਬਚ ਗਿਆ। ਸੋ ਸਾਊਲ ਦਾਊਦ ਕੋਲੋਂ ਬਹੁਤ ਡਰਨ ਲੱਗ ਪਿਆ ਸੀ।
ਕਿਉਂਕਿ ਪ੍ਰਭੂ ਉਸ ਦੇ ਨਾਲ ਸੀ ਤੇ ਉਸਨੇ ਸਾਊਲ ਨੂੰ ਛੱਡ ਦਿੱਤਾ ਸੀ। ਤਦ ਸਾਊਲ ਨੇ ਉਸ ਨੂੰ ਆਪਣੀ ਸੇਵਾ ਤੋਂ ਹਟਾ ਕੇ ਆਪਣੀ ਸੈਨਾ ਵਿੱਚ ਹਜ਼ਾਰਾਂ ਦਾ ਸਰਦਾਰ ਬਣਾ ਦਿੱਤਾ। ਇਸ ਲਈ ਲੋਕਾਂ ਦੇ ਸਾਹਮਣੇ ਲੜਾਈ ਵਿੱਚ ਆਉਂਦਾ ਜਾਂਦਾ ਸੀ। ਦਾਊਦ ਜੋ ਵੀ ਕੰਮ ਕਰਦਾ ਸੀ ਉਹ ਸਫਲ ਹੁੰਦਾ ਸੀ, ਕਿਉਂਕਿ ਪ੍ਰਭੂ ਉਸ ਦੇ ਨਾਲ ਸੀ। ਸਾਊਲ ਉਸ ਦੀਆਂ ਸਫਲਤਾਵਾਂ ਨੂੰ ਦੇਖ ਕੇ ਉਸ ਨਾਲ ਹੋਰ ਈਰਖਾ ਕਰਨ ਲੱਗ ਪਿਆ ਸੀ। ਪਰ ਇਜ਼ਰਾਈਲ ਅਤੇ ਯਹੂਦਾ ਦੇ ਸਭ ਲੋਕ ਦਾਊਦ ਨੂੰ ਪਿਆਰ ਕਰਦੇ ਸਨ, ਕਿਉਂਕਿ ਉਹ ਇੱਕ ਸਫਲ ਨੇਤਾ ਸੀ। ਸਫਲ ਨੇਤਾ ਸੀ। ਸੋ ਹੁਣ ਸਾਊਲ ਜਿਹੜਾ ਸੀ, ਉਹ ਜਿਸਲੇ ਉਸਨੇ ਦੇਖਿਆ ਕਿ ਮੇਰੇ ਲੋਕਾਂ ਦਾ ਜਿਹੜਾ ਪਿਆਰ ਆ ਉਹ ਦਾਊਦ ਦੇ ਵੱਲ ਜਾ ਰਿਹਾ, ਤਾਂ ਉਸਨੇ ਇਸ ਤਰੀਕੇ ਦੇ ਨਾਲ ਉਸਦੇ ਮਨ ਦੇ ਵਿੱਚ ਇੰਨੀ ਈਰਖਾ ਆ ਗਈ, ਉਹ ਦਾਊਦ ਨੂੰ ਹੁਣ ਮਾਰਨਾ ਚਾਹੁੰਦਾ ਹੈ। ਕਿਉਂਕਿ ਔਰਤਾਂ ਨੇ ਗਾਇਆ ਕਿ ਸਾਊਲ ਨੇ ਹਜ਼ਾਰਾਂ ਮਾਰੇ ਤੇ ਦਾਊਦ ਨੇ 10,000 ਮਾਰੇ। ਉਹ ਇਸ ਚੀਜ਼ ਨੂੰ ਲੈ ਕੇ ਉਹਦੇ ਅੰਦਰ ਜੈਲਸੀ ਪੈਦਾ ਹੋ ਗਈ। ਔਰ ਪਲੱਸ ਤੁਹਾਨੂੰ ਪਤਾ, ਜਿੱਥੇ ਕਿਆ ਸਰੀਰ ਦੀਆਂ ਚੀਜ਼ਾਂ ਹੋਣ, ਜੈਲਸੀ ਉਹਨਾਂ ਚੋਂ ਇੱਕ, ਤੇ ਉਸੇ ਵੇਲੇ ਵੈਰੀ ਦਾ ਜਿਹੜਾ ਆਤਮਾ ਸੀ ਉਸਨੇ ਵੀ ਉਹਦੇ ਉੱਤੇ ਹਾਵੀ ਹੋ ਗਿਆ। ਹੁਣ ਮਹਿਲ ਦੇ ਵਿੱਚ ਕਮਲਿਆਂ ਨੂੰ ਫਿਰਦਾ ਪਿਆ। ਸਾਰਿਆਂ ਨੂੰ ਪਤਾ ਕਿ ਅਸਲੀ ਇਸ ਨੂੰ ਬੁਰੀ ਆਤਮਾ ਸਤਾਉਂਦੀ ਪਈ, ਪਰ ਇਸ ਦੇ ਨਾਲ ਉਹਦੀ ਵਿੱਚ ਚਲਾਕੀ ਵੀ ਆ। ਉਸਨੇ ਸੋਚਿਆ ਕਿ ਜੇ ਮੈਂ ਦਾਊਦ ਨੂੰ ਹੁਣ ਮਾਰ ਦਊਂਗਾ ਤਾਂ ਮੈਂ ਕਹਿ ਦੂੰਗਾ ਵੀ ਇਹ ਮੇਰੇ ਤੇ ਉਸ ਵੇਲੇ ਬੁਰੀ ਆਤਮਾ ਸੀ। ਤਾਂ ਉਸਨੇ 2 ਵਾਰੀ ਨੇਜਾ ਉਹਦੇ ਤੇ ਸੁੱਟਿਆ। ਦੋਨੇ ਵਾਰ ਉਸਦਾ ਵਾਰ ਫੇਲ ਹੋ ਗਿਆ। ਹੁਣ ਉਹਦੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਆ ਰਹੀ ਹੈ ਕਿ ਮੈਂ ਹੁਣ 2 ਵਾਰੀ ਨੇਜਾ ਇਹਦੇ ਮਾਰਿਆ, ਕਿਤੇ ਇਹ ਵੀ ਮੈਨੂੰ ਨਾ ਮਾਰ ਦੇਵੇ। ਆਹ ਚੀਜ਼ ਹੈ, ਇਸ ਕਰਕੇ ਉਹਦੇ ਤੋਂ ਡਰਦਾ। ਹੁਣ ਕਿਤੇ ਮੈਨੂੰ ਸੁੱਤੇ ਪਏ ਨੂੰ ਮਾਰ ਦੇ, ਕਿਉਂਕਿ ਜਿਸ ਇਨਸਾਨ ਦੇ ਅੰਦਰ ਪਾਪ ਔਰ ਉਹ ਸਰੀਰ ਦੀਆਂ ਗੁਣ ਛੁਪੇ ਹੁੰਦੇ, ਔਰ ਜਿਸ ਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਿਆ ਸੀ, ਤੁਸੀਂ ਇੱਥੇ ਰਹੋ, ਪਿੱਛੇ ਨਾ ਜਾਓ। ਮੈਂ ਉੱਥੋਂ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਆਪਣਾ ਪੜ੍ਹਦੇ ਪਏ ਸੀਗੇ, ਅਫਸੀਆਂ ਦਾ ਔਰ ਗਲਤੀਆਂ ਦੇ ਵਿੱਚ ਅਸੀਂ ਪੜ੍ਹਿਆ ਸੀਗਾ। ਗਲਤੀਆਂ ਦੇ ਵਿੱਚ ਸਾਨੂੰ ਸਰੀਰ ਦੇ ਕੰਮ ਦੱਸੇ ਸੀਗੇ ਕਿ ਸਰੀਰ ਦੇ ਕੰਮ ਤਾਂ ਸਾਫ਼ ਪ੍ਰਗਟ ਹਨ: ਵਿਚਾਰ, ਅਸ਼ੁੱਧਤਾ, ਗਵਾਰਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਈਰਖਾ, ਗੁੱਸਾ, ਸਵਾਰਥ, ਮਤਭੇਦ, ਪਾਰਟੀਬਾਜ਼ੀ, ਸਾੜਾ, ਨਸ਼ੇਬਾਜ਼ੀ, ਰੰਗ ਰਲੀਆਂ ਅਤੇ ਇਸ ਤਰ੍ਹਾਂ ਦੇ ਹੋਰ ਬੁਰੇ। ਯਾਨੀ ਕਿ ਐਡੀ ਲੰਬੀ ਲਿਸਟ ਦੇ ਕੇ ਕਿ ਤੁਹਾਨੂੰ ਗੱਭੇ ਇੱਕ ਵਾਰੀ ਸਾਹ ਲੈਣਾ ਪੈਂਦਾ, ਐਡੀ ਲੰਬੀ ਲਿਸਟ ਦੇ ਕੇ ਵੀ ਤਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੰਮ। ਹੁਣ ਜਿਹੜਾ ਸਾੜਾ, ਸਾਰੀਆਂ ਚੀਜ਼ਾਂ, ਜੈਲਸੀ, ਸਾੜਾ, ਔਰ ਉਹਦੇ ਅੰਦਰੋਂ ਜਿਹੜਾ ਡਰ, ਉਹਨੇ ਕਦੀ ਸੋਚਿਆ ਵੀ ਨਾ ਹੋਵੇ, ਚਾਹੇ ਦਾਊਦ ਦੇ ਮਨ 'ਚ ਚੀਜ਼ ਕਦੀ ਆਈ ਵੀ ਨਾ ਹੋਵੇ, ਹੁਣ ਉਹਦੇ ਮਨ 'ਚ ਇਹ ਚੀਜ਼ ਹੈ ਕਿ ਇਹ ਮੈਨੂੰ ਮਾਰਨਾ। ਸੋ ਉਸਨੇ ਕੀ ਕੀਤਾ? ਉਸਨੇ ਕਿਹਾ ਬੈਟਰ ਇੱਕੋ ਤਰੀਕਾ ਵਧੀਆ, ਇਹਨੂੰ ਮੈਂ ਨਾ ਫੌਜ ਦੇ ਵਿੱਚ ਜਨਰਲ ਬਣਾ ਦਿੰਦਾ। ਇਹਦੇ ਥੱਲੇ 1000 ਜਿਹੜੇ ਕਮ ਸੇ ਕਮ 1000 ਸਿਪਾਹੀ ਇਹਦੇ ਥੱਲੇ ਕਰ ਦੇਣਾ। ਇਹ ਉੱਥੇ ਲੜਾਈਆਂ 'ਚ ਬਿਜ਼ੀ ਰਹੂ ਤੇ ਮਾਰਿਆ ਜਾਊ, ਕਿਤੇ ਨਾ ਕਿਤੇ ਕਿਸੇ ਲੜਾਈ 'ਚ ਨਹੀਂ ਮਾਰਿਆ। ਪਰ ਪ੍ਰਭੂ ਉਸਨੂੰ ਹਰ ਜੰਗ ਦੇ ਵਿੱਚ ਜਿੱਤ ਦੇ ਕੇ ਵਾਪਸ ਲਿਆ। ਔਰ ਇਸ ਚੀਜ਼ ਨੂੰ ਦੇਖ ਕੇ ਉਹ ਦਾਊਦ ਤੋਂ ਹੋਰ ਡਰਨ ਲੱਗਾ। ਲੋਕ ਜਿਹੜੇ ਸੀਗੇ, ਉਸਨੇ ਇਹ ਨਹੀਂ ਜਾਣਿਆ ਕਿ ਉਹ ਜਿਹੜੇ ਸਿਪਾਹੀ ਨਾਲ ਜਾਂਦੇ ਆ, ਉਹਨਾਂ ਦੇ ਬੱਚੇ ਵੀ ਆ, ਉਹਨਾਂ ਦੀਆਂ ਮਾਵਾਂ ਵੀ ਆ, ਉਹਨਾਂ ਦੇ ਬਾਪ ਵੀ ਆ, ਉਹਨਾਂ ਦੀ ਪਤਨੀ ਵੀ ਆ, ਉਹਨਾਂ ਦੇ ਭਾਈ ਭੈਣ ਵੀ ਆ। ਉਹ ਜਿੰਨੀ ਦੇਰ ਤੱਕ ਉਹ ਜੰਗ ਦੇ ਵਿੱਚ ਗਏ, ਉਹਨਾਂ ਦਾ ਉਤਲਾ ਸਾਹ ਉੱਤੇ ਤੇ ਥੱਲੜਾ ਥੱਲੇ ਆ, ਜਿਨ੍ਹਾਂ ਨੂੰ ਉਹ ਲੀਡ ਕਰ ਰਿਹਾ। ਲੇਕਿਨ ਹੁਣ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਆਵੇ, ਕਿਉਂਕਿ ਦਾਊਦ ਲੈ ਕੇ ਉਹਨਾਂ ਨੂੰ ਜਾ ਰਿਹਾ, ਫੌਜ ਲੈ ਕੇ ਜਾ ਰਿਹਾ, ਸੋ ਸਾਨੂੰ ਡਰ ਨਹੀਂ। ਸੋ ਲੋਕ ਉਸਨੂੰ ਹੋਰ ਪਿਆਰ ਕਰਨ ਲੱਗੇ। ਲੋਕਾਂ ਦਾ ਧਿਆਨ ਸਾਊਲ ਦੇ ਵੱਲੋਂ ਹਟਣਾ ਸ਼ੁਰੂ ਹੋ ਗਿਆ, ਦਾਊਦ ਦੇ ਵੱਲ ਖਿੱਚ ਖਾਣ ਲੱਗ ਪਏ। ਸੋ ਹੁਣ
ਉਸਨੇ ਇੱਕ ਹੋਰ ਸਕੀਮ ਘੜੀ। ਜਿਹੜਾ ਦੁਸ਼ਟ ਇਨਸਾਨ ਹੁੰਦਾ ਉਹ ਸਕੀਮਾਂ ਘੜਨ ਦੇ ਵਿੱਚ ਬਹੁਤ ਮਾਹਰ ਹੁੰਦਾ। ਹੁਣ ਉਸਨੇ ਇੱਕ ਹੋਰ ਸਕੀਮ ਘੜੀ ਆ। ਸੋ ਆਓ ਅਸੀਂ ਇਸ ਨੂੰ 23 ਆਇਤ ਤੱਕ ਪਹਿਲਾਂ ਦੇਖਦੇ ਹਾਂ। ਤਦ ਸਾਊਲ ਨੇ ਆਪਣੀ ਧੀ ਮੈਰਬ ਦਾ ਵਿਆਹ ਦਾਊਦ ਨਾਲ ਕਰ ਦਿੱਤਾ। ਉਸਨੇ ਦਾਊਦ ਨੂੰ ਕਿਹਾ, ਮੈਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਇਸ ਸ਼ਰਤ ਤੇ ਕਰ ਰਿਹਾ ਹਾਂ ਕਿ ਤੂੰ ਮੇਰੇ ਲਈ ਪ੍ਰਭੂ ਵੱਲੋਂ ਲੜਾਈਆਂ ਲੜ। ਸਾਊਲ ਸੋਚਦਾ ਸੀ ਕਿ ਦਾਊਦ ਮੇਰੇ ਹੱਥੋਂ ਨਾ ਮਰੇ, ਸਗੋਂ ਫਿਲਿਸਤੀਆਂ ਦੇ ਹੱਥੋਂ ਹੀ ਕਿਸੇ ਲੜਾਈ ਵਿੱਚ ਮਾਰਿਆ ਜਾਵੇ। ਦਾਊਦ ਨੇ ਉੱਤਰ ਦਿੱਤਾ, ਮੈਂ ਅਤੇ ਮੇਰੇ ਪਿਤਾ ਦਾ ਟੱਬਰ ਕੀ ਹੈ ਕਿ ਮੈਂ ਰਾਜਾ ਦਾ ਜਵਾਈ ਬਣਾ। ਪਰ ਜਦੋਂ ਦਾਊਦ ਦੇ ਨਾਲ ਮੈਰਬ ਦੇ ਵਿਆਹ ਦਾ ਸਮਾਂ ਆਇਆ ਤਾਂ ਮੋਹਲਾਬੀ ਅਦਰੀਏਲ ਨਾਲ ਵਿਆਹ ਦਿੱਤੀ ਗਈ। ਤਦ ਸਾਊਲ ਦੀ ਧੀ ਮੀਕਲ ਦਾਊਦ ਨਾਲ ਪਿਆਰ ਕਰਨ ਲੱਗੀ। ਇਸ ਗੱਲ ਤੇ ਪਤਾ ਲੱਗਣ ਤੋਂ ਸਾਊਲ ਨੂੰ ਬਹੁਤ ਖੁਸ਼ੀ ਹੋਈ। ਸਾਊਲ ਨੇ ਸੋਚਿਆ, ਸ਼ਾਇਦ ਮੀਕਲ ਦੇ ਰਾਹੀਂ ਹੀ ਦਾਊਦ ਫਸ ਜਾਵੇ ਅਤੇ ਫਿਲਿਸਤੀਆਂ ਹੱਥੋਂ ਮਾਰਿਆ ਜਾਵੇ। ਇਸ ਲਈ ਉਸਨੇ ਦੂਜੀ ਵਾਰ ਦਾਊਦ ਨੂੰ ਕਿਹਾ, ਤੂੰ ਮੇਰਾ ਜਵਾਈ ਬਣ ਜਾ। ਸਾਊਲ ਨੇ ਆਪਣੇ ਅਫਸਰਾਂ ਨੂੰ ਕਿਹਾ ਕਿ ਦਾਊਦ ਨੂੰ ਗੁਪਤ ਰੂਪ ਵਿੱਚ ਕਹੋ, ਰਾਜਾ ਤੇਰੇ ਤੋਂ ਬਹੁਤ ਖੁਸ਼ ਹੈ ਅਤੇ ਉਸ ਦੇ ਅਧਿਕਾਰੀ ਵੀ ਤੈਨੂੰ ਪਸੰਦ ਕਰਦੇ ਹਨ। ਇਹ ਚੰਗਾ ਸਮਾਂ ਹੈ ਕਿ ਤੂੰ ਉਸ ਦੀ ਧੀ ਨਾਲ ਵਿਆਹ ਕਰ ਲੈ। ਇਸ ਲਈ ਉਹਨਾਂ ਨੇ ਦਾਊਦ ਨੂੰ ਇਹ ਗੱਲ ਦੱਸੀ ਤਾਂ ਉਸਨੇ ਸੁਣ ਕੇ ਕਿਹਾ, ਰਾਜਾ ਦਾ ਜਵਾਈ ਹੋਣਾ ਸੱਚਮੁੱਚ ਇੱਕ ਵੱਡੇ ਆਦਰ ਵਾਲੀ ਗੱਲ ਹੈ। ਫਿਰ ਮੇਰੇ ਜਿਹੇ ਗਰੀਬ ਅਤੇ ਛੋਟੇ ਆਦਮੀ ਲਈ ਤਾਂ ਹੋਰ ਵੀ ਵੱਡੀ ਗੱਲ ਹੈ। ਹੋਰ ਵੀ ਵੱਡੀ ਗੱਲ ਹੈ। ਇੱਥੇ ਤੱਕ ਰਹਿਣ ਦਿਓ, ਫਿਰ ਅੱਗੇ ਤੁਸੀਂ ਪੜ੍ਹਨਾ। ਇੱਥੇ ਇੱਕ ਚੀਜ਼ ਦਾ ਧਿਆਨ ਦੇਖੋ ਕਿ ਸਾਊਲ ਨੇ ਕਿਹਾ ਕਿ ਹੁਣ ਇਸ ਨੂੰ ਮੈਂ ਨਾ ਆਪਣਾ ਜਿਹੜਾ ਹੁਣ ਵਾਅਦਾ ਵੀ ਪੂਰਾ ਕਰਨਾ ਸੀਗਾ। ਉਸਨੇ ਇਸ ਨੂੰ ਇੱਕ ਸਕੀਮ ਬਣਾ ਕੇ ਇੱਕ ਵਾਅਦਾ ਇਹ ਪੂਰਾ ਕਰਨ ਲੱਗਾ। ਇਹ ਦੁਸ਼ਟਤਾ ਹੈ। ਮਨ ਵਿੱਚ ਕੀ ਆ ਕਿ ਇਹਨੂੰ ਮੈਂ ਲਗਾਤਾਰ ਲੜਾਈਆਂ ਦੇ ਵਿੱਚ ਘੱਲਦਾ ਰਹੂੰਗਾ ਤੇ ਇੱਕੋ ਹੀ ਸ਼ਰਤ ਤੇ ਤੂੰ ਮੇਰੀ ਕੁੜੀ ਨਾਲ ਵਿਆਹ ਕਰਾ ਸਕਦਾ ਜੇ ਤੂੰ ਮੇਰੇ ਲਈ ਲੜਾਈਆਂ ਲੜੇ। ਔਰ ਅੰਦਰ ਕੀ ਆ, ਕਿਸੇ ਨਾ ਕਿਸੇ ਲੜਾਈ ਦੇ ਵਿੱਚ ਫਿਲਿਸਤੀਆਂ ਦੇ ਹੱਥੋਂ ਮਾਰਿਆ ਜਾਏ। ਤੇ ਦਾਊਦ ਨੇ ਵੀ ਬੜੀ ਸਮਝ ਵਰਤੀ। ਦਾਊਦ ਨੇ ਕਿਹਾ, ਮੈਂ ਕੌਣ? ਹੁਣ ਉਸਦੀ ਦੁਸ਼ਟਤਾ ਦੀ ਬਦਬੂ ਉਸ ਨੂੰ ਆਉਣ ਲੱਗ। ਦਾਊਦ ਨੇ ਕਿਹਾ, ਮੈਂ ਕੌਣ? ਮੇਰਾ ਟੱਬਰ ਕੀ ਹੈ? ਮੈਂ ਬੈਤਲਹਿਮ ਦੇ ਛੋਟੇ ਜਿਹੇ ਨਗਰ ਦਾ ਰਹਿਣ ਵਾਲਾ, ਜਿਹੜਾ ਮੈਂ ਰਾਜਾ ਦੀ ਧੀ ਦੇ ਨਾਲ ਵਿਆਹ ਕਰਾਵਾਂ। ਸੋ ਸਾਊਲ ਨੇ ਕੀ ਕੀਤਾ, ਉੱਥੇ ਮੋਹਲਾਬੀ ਅਦਰੀਏਲ ਸੀਗਾ, ਮਾਈਟ ਬੀ ਵਨ ਆਫ ਹਿਸ ਜਨਰਲਸ ਔਰ ਕੋਈ ਮੰਤਰੀ ਦਾ ਬੱਚਾ ਹੋਏਗਾ। ਉਸਨੇ ਉਹਦਾ ਵਿਆਹ ਉਹਦੇ ਨਾਲ ਕਰ ਦਿੱਤਾ। ਔਰ ਫਿਰ ਸਾਊਲ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਜਿਹੜੀ ਮੀਕਲ ਆ ਉਹ ਦਾਊਦ ਨੂੰ ਪਿਆਰ ਕਰਦੀ ਹੈ, ਉਹਦੀ ਜਿਹੜੀ ਛੋਟੀ ਧੀ। ਉਸਨੇ ਕਿਹਾ ਵੀ ਹੁਣ ਇੱਕ ਮੌਕਾ ਫੇਰ ਆਤਾ ਹੈ। ਮਨ ਚ ਕੀ ਹੈ? ਇਹ ਮਾਰਿਆ ਜਾਏਗਾ। ਯਾਨੀ ਕਿ ਦੁਸ਼ਟਤਾ ਦਾ ਤੁਸੀਂ ਇੱਕ ਅੰਤ ਇੱਥੇ ਦੇਖਦੇ ਹੋ ਕਿ ਮੈਂ ਇਸਨੂੰ ਲੜਾਈਆਂ ਤੇ ਘੱਲੂੰਗਾ ਤੇ ਫਿਲਿਸਤੀਆਂ ਦੇ ਹੱਥੋਂ ਮਾਰਿਆ ਜਾਏਗਾ। ਸੋ ਉਸਨੇ ਆਪਣੇ ਗੁਪਤਚਰ ਘੱਲੇ। ਉਹਨਾਂ ਨੇ ਵੀ ਜਾ ਕੇ ਉਸਨੂੰ ਕਿਹਾ ਕਿ ਰਾਜਾ ਤੇਰੇ ਤੋਂ ਵਾਕਈ ਖੁਸ਼ ਹੈ, ਤੂੰ ਵਿਆਹ ਕਰ ਲਿਆ। ਤੇ ਉਸਨੇ ਕਿਹਾ ਵੀ ਮੈਂ ਤਾਂ ਗਰੀਬ ਆਦਮੀ ਹਾਂ, ਪਰ ਰਾਜਾ ਦੀ ਕੁੜੀ ਦੇ ਨਾਲ ਵਿਆਹ ਕਰਨਾ ਸੱਚਮੁੱਚ ਬਹੁਤ ਵੱਡੇ ਆਦਰ ਹੈ। ਪਰ ਉਹਦੇ ਰਾਜੇ ਦੇ ਦਿਮਾਗ ਦੇ ਵਿੱਚ ਕੀ, ਉਹ ਅਸੀਂ ਹੁਣ ਦੇਖਾਂਗੇ। 23 ਆਇਤ ਤੋਂ ਲੈ ਕੇ 30 ਆਇਤ ਤੱਕ ਕੋਈ ਜੀ। ਅਫਸਰਾਂ ਨੇ ਸਾਊਲ ਨੂੰ ਜਾ ਕੇ ਸਭ ਦੱਸਿਆ ਜੋ ਦਾਊਦ ਨੇ ਉਹਨਾਂ ਨੂੰ ਕਿਹਾ ਸੀ। ਤਦ ਸਾਊਲ ਨੇ ਉਹਨਾਂ ਨੂੰ ਕਿਹਾ, ਰਾਜਾ ਤੇਰੇ ਕੋਲੋਂ ਕਿਸੇ ਤਰ੍ਹਾਂ ਦੀ ਬਰੀ ਨਹੀਂ ਮੰਗਦਾ, ਸਗੋਂ ਕੇਵਲ ਮੈਂ ਫਿਲਿਸਤੀਆਂ ਦੇ ਸਿਰ ਮੰਗਦਾ ਹੈ, ਕਿਉਂਕਿ ਉਹ ਆਪਣੇ ਬੈਰੀਆਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਤਰ੍ਹਾਂ ਅਸਲ ਵਿੱਚ ਸਾਊਲ ਚਾਹੁੰਦਾ ਸੀ ਕਿ ਦਾਊਦ ਫਿਲਿਸਤੀਆਂ ਦੇ ਹੱਥੋਂ ਮਾਰਿਆ ਜਾਵੇ। ਸੋ ਸਾਊਲ ਦੇ ਅਫਸਰਾਂ ਨੇ ਇਹ ਗੱਲ ਦਾਊਦ ਨੂੰ ਜਾ ਕੇ ਦੱਸੀ, ਜਿਸ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਇਆ, ਕਿਉਂਕਿ ਉਹ ਰਾਜਾ ਦਾ ਜਵਾਈ ਬਣਨ ਵਿੱਚ ਮਾਣ ਸਮਝਦਾ ਸੀ।
ਇਸ ਲਈ ਵਿਆਹ ਦਾ ਸਮਾਂ ਨਿਕਲ ਜਾਣ ਤੋਂ ਪਹਿਲਾਂ ਹੀ ਦਾਊਦ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਗਿਆ। ਉਸਨੇ 200 ਫਿਲਿਸਤੀਆਂ ਨੂੰ ਜਾ ਮਾਰਿਆ। ਇਸ ਲਈ ਉਸਨੇ ਉਹਨਾਂ ਮਰੇ ਫਿਲਿਸਤੀਆਂ ਦੇ ਸਿਰ ਲਿਆ ਕੇ ਰਾਜਾ ਨੂੰ ਗਿਣ ਦਿੱਤੇ ਅਤੇ ਉਹ ਰਾਜਾ ਦਾ ਜਵਾਈ ਬਣੇ। ਇਸ ਲਈ ਸਾਊਲ ਨੂੰ ਦਾਊਦ ਨਾਲ ਆਪਣੀ ਪੁੱਤਰੀ ਮੀਕਲ ਦਾ ਵਿਆਹ ਕਰਨਾ ਪਿਆ। ਪਰ ਸਾਊਲ ਹੋਰ ਚੰਗੀ ਤਰ੍ਹਾਂ ਨਾਲ ਜਾਣ ਗਿਆ ਕਿ ਪ੍ਰਭੂ ਦਾਊਦ ਦੇ ਨਾਲ ਹੈ ਅਤੇ ਉਸ ਦੀ ਮੀਕਲ ਵੀ ਉਸ ਨੂੰ ਪਿਆਰ ਕਰਦੀ ਹੈ। ਉਹ ਹੋਰ ਡਰ ਗਿਆ ਅਤੇ ਉਸ ਨੂੰ ਆਪਣਾ ਹਮੇਸ਼ਾ ਦੇ ਲਈ ਬੈਰੀ ਸਮਝਣ ਲੱਗਾ। ਜਦੋਂ ਵੀ ਫਿਲਿਸਤੀ ਰਾਜਕੁਮਾਰ ਲੜਨ ਲਈ ਨਿਕਲਦੇ ਤਾਂ ਦਾਊਦ ਨੂੰ ਹਰ ਲੜਾਈ ਵਿੱਚ ਸਾਊਲ ਦੇ ਹੱਥੀਂ ਬਾਕੀ ਦੇ ਸੈਨਾਪਤੀਆਂ ਨਾਲੋਂ ਅਧਿਕ ਸਫਲਤਾ ਮਿਲਦੀ। ਇਸ ਲਈ ਦਾਊਦ ਅਧਿਕ ਤੋਂ ਅਧਿਕ ਪ੍ਰਸਿੱਧ ਹੁੰਦਾ ਗਿਆ। ਦਿਨ ਬਾਅਦ ਦਿਨ ਪ੍ਰਭੂ ਉਸ ਨੂੰ ਉੱਚਾ ਚੁੱਕਦਾ ਗਿਆ। ਪ੍ਰਭੂ ਦਾ ਰਸਤਾ ਉਸਨੇ ਫੜਿਆ। ਉਸ ਨੂੰ ਕਿਸੇ ਤੇ ਯਕੀਨ ਨਹੀਂ ਹੋ ਰਿਹਾ। ਜੋਨਾਥਨ ਨੂੰ, ਕਿਉਂਕਿ ਜੋਨਾਥਨ ਜਿਹੜਾ ਆ ਉਸਦਾ ਮਨ ਸੀ, ਜਿਹੜਾ ਸਾਊਲ ਦਾ ਬੇਟਾ ਜੋਨਾਥਨ, ਉਸਦਾ ਮਨ ਸਾਫ਼, ਪਰ ਸਾਊਲ ਦਾ ਨਹੀਂ। ਸਾਊਲ ਦੇ ਬੱਚੇ ਭਲੇ ਆ, ਪ੍ਰਭੂ ਤੋਂ ਡਰ ਨਾ ਰਹੇ, ਪਰ ਉਹ ਆਪ ਨਹੀਂ। ਆਪ ਉਹ ਅਵਗਿਆਕਾਰੀ, ਦੁਸ਼ਟ, ਔਰ ਉਸਦਾ ਜਿਹੜਾ ਮਨ ਉਹ ਸਾਰੀ ਤਰ੍ਹਾਂ ਦੀਆਂ ਸਕੀਮਾਂ ਦੇ ਨਾਲ ਭਰਿਆ ਪਿਆ। ਪ੍ਰਭੂ ਨੇ ਉਹ ਬਰਕਤ ਤੋਂ ਲੈ ਲਈ ਕਿ ਜਿੱਥੇ ਉਹ ਜਾਂਦਾ ਸੀ ਕਾਮਯਾਬ ਹੋ ਕੇ ਆਉਂਦਾ ਹੁੰਦਾ ਸੀ। ਲੇਕਿਨ ਪ੍ਰਭੂ ਉਸ ਨੂੰ ਦੂਸਰਿਆਂ ਰਾਜਿਆਂ ਵਰਗਾ ਨਹੀਂ ਸੀ ਬਣ ਦੇਣਾ ਚਾਹੁੰਦਾ, ਕਿਉਂਕਿ ਪ੍ਰਭੂ ਦੇ ਪਿੱਛੇ ਚੱਲਣ ਵਾਲਾ ਰਾਜਾ ਬਿਲਕੁਲ ਵੱਖਰੇ ਕਿਸਮ ਦਾ ਰਾਜਾ। ਉਹ ਆਪਣੇ ਪ੍ਰਭੂ ਦੀ ਆਗਿਆ ਨੂੰ ਮੰਨਦਾ ਹੈ। ਉਹ ਨਹੀਂ ਮੰਨਦਾ ਸੀ ਕੰਮ ਆਪਣੇ ਤਰੀਕੇ ਨਾਲ ਕਰਨਾ, ਪਰ ਬਾਅਦ ਦੇ ਵਿੱਚ ਕਹਿਣਾ ਕਿ ਕੋਈ ਨਾ ਕੋਈ ਉਹਦਾ ਉਸਨੇ ਅਸਰ ਕੱਢ ਲੈਣਾ। ਜਿਸ ਵੇਲੇ ਹੁਣ ਅਸੀਂ ਇਸ 18ਵੇਂ ਭਾਗ ਦੇ ਵਿੱਚ ਦੇਖਦੇ ਪਏ ਹਾਂ ਕਿ ਉਸਨੇ ਹਰ ਇੱਕ ਚੀਜ਼ ਦੇ ਵਿੱਚ ਦਾਊਦ ਨੂੰ ਮਾਰਨਾ ਚਾਹਿਆ, ਪਰ ਹਾਲੇ ਤੱਕ ਉਸਨੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸੀ ਨਹੀਂ। ਪਰ ਹੁਣ ਉਸਦੀ ਜਿਹੜੀ ਦਿਲ ਦੀ ਗੱਲ ਆ ਉਹ ਉਸਦੇ ਮੂੰਹ ਤੇ ਆਉਣ ਵਾਲੀ ਹੈ। ਅਸੀਂ 19ਵੇਂ ਚੈਪਟਰ ਦੇ ਵਿੱਚ ਆ ਗਏ ਹਾਂ। 19ਵੇਂ ਚੈਪਟਰ ਦੀਆਂ ਕੋਈ ਜਾਣਾ ਪਹਿਲੀਆਂ 10 ਆਇਤਾਂ ਪੜ੍ਹੇ। ਸਾਊਲ ਦਾ ਦਾਊਦ ਉੱਤੇ ਅਤਿਆਚਾਰ। ਸਾਊਲ ਨੇ ਆਪਣੇ ਪੁੱਤਰ ਜੋਨਾਥਾਨ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਦਾਊਦ ਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ, ਪਰ ਜੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਉਸਨੇ ਦਾਊਦ ਨੂੰ ਕਿਹਾ, ਮੇਰੇ ਪਿਤਾ ਤੈਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ। ਮੇਰਾ ਪਿਤਾ ਤੈਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ। ਤੂੰ ਕੱਲ ਸਵੇਰੇ ਜਾ ਕੇ ਕਿਸੇ ਗੁਪਤ ਥਾਂ ਉੱਤੇ ਲੁਕ ਜਾ ਤੇ ਕੁਝ ਸਮੇਂ ਤੱਕ ਉੱਥੇ ਠਹਿਰੇ ਰਹਿਣਾ। ਤਾਂ ਉਸ ਖੇਤ ਵਿੱਚ ਜਿੱਥੇ ਤੂੰ ਲੁਕਿਆ ਹੋਵੇਂਗਾ, ਮੈਂ ਆਪਣੇ ਪਿਤਾ ਕੋਲ ਜਾ ਕੇ ਖੜਾ ਹੋ ਕੇ ਤੇਰੇ ਬਾਰੇ ਗੱਲਬਾਤ ਕਰਾਂਗਾ ਤੇ ਜੋ ਕੁਝ ਉਹ ਕਹੇਗਾ ਤੈਨੂੰ ਦੱਸਾਂਗਾ। ਤਦ ਜੋਨਾਥਾਨ ਨੇ ਆਪਣੇ ਪਿਤਾ ਸਾਊਲ ਸਾਹਮਣੇ ਦਾਊਦ ਦੀ ਵਡਿਆਈ ਕਰਦੇ ਹੋਏ ਕਿਹਾ, ਪਿਤਾ ਜੀ, ਤੁਸੀਂ ਦਾਊਦ ਦਾ ਬੁਰਾ ਕਿਉਂ ਕਰਨਾ ਚਾਹੁੰਦੇ ਹੋ? ਉਸਨੇ ਤੁਹਾਡੇ ਵਿਰੁੱਧ ਕੋਈ ਪਾਪ ਨਹੀਂ ਕੀਤਾ ਹੈ। ਅੱਜ ਤੱਕ ਜੋ ਕੁਝ ਵੀ ਉਸਨੇ ਕੀਤਾ ਹੈ ਤੁਹਾਡੇ ਭਲੇ ਲਈ ਕੀਤਾ ਹੈ। ਇੱਥੋਂ ਤੱਕ ਕਿ ਉਹ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਫਿਲਿਸਤੀ ਗੋਲੀਅਥ ਨੂੰ ਮਾਰਿਆ ਅਤੇ ਪ੍ਰਭੂ ਨੇ ਇਜ਼ਰਾਈਲ ਨੂੰ ਜਿਤਾ ਦਿੱਤਾ। ਤੁਸੀਂ ਆਪ ਇਹ ਸਭ ਦੇਖ ਕੇ ਬਹੁਤ ਖੁਸ਼ ਹੋਏ ਸੋ। ਫਿਰ ਤੁਸੀਂ ਇੱਕ ਮਾਸੂਮ ਦਾ ਬੁਰਾ ਕਿਉਂ ਕਰਨਾ ਚਾਹੁੰਦੇ ਹੋ ਤਾਂ ਦਾਊਦ ਨੂੰ ਮਾਰਨ ਦੀ ਸੋਚ ਰਹੇ ਹੋ? ਸਾਊਲ ਨੇ ਆਪਣੇ ਪੁੱਤਰ ਜੋਨਾਥਾਨ ਦੀ ਗੱਲ ਮੰਨ ਲਈ ਤੇ ਉਸਨੇ ਪ੍ਰਭੂ ਦੇ ਨਾਂ ਉੱਤੇ ਸਹੁੰ ਚੁੱਕ ਕੇ ਕਿਹਾ, ਪ੍ਰਭੂ ਦੀ ਸੌਗੰਧ, ਦਾਊਦ ਨਹੀਂ ਮਰੇਗਾ। ਇਸ ਲਈ ਜੋਨਾਥਾਨ ਨੇ ਦਾਊਦ ਨੂੰ ਸੱਦ ਕੇ ਸਭ ਕੁਝ ਦੱਸ ਦਿੱਤਾ। ਉਹ ਉਸ ਨੂੰ ਸਾਊਲ ਕੋਲ ਲੈ ਗਿਆ। ਦਾਊਦ ਫਿਰ ਪਹਿਲੇ ਦੀ ਤਰ੍ਹਾਂ ਰਾਜਾ ਦੀ ਸੇਵਾ ਕਰਨ ਲੱਗਾ। ਤਦ ਫਿਲਿਸਤੀਆਂ ਨਾਲ ਫਿਰ ਲੜਾਈ ਛਿੜ ਪਈ ਤੇ ਦਾਊਦ ਨੇ ਉਹਨਾਂ ਉੱਤੇ ਚੜ੍ਹਾਈ ਕਰਕੇ ਉਹਨਾਂ ਨੂੰ ਹਰਾ ਦਿੱਤਾ। ਇਸ ਲਈ ਫਿਲਿਸਤੀ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਸਾਹਮਣੇ ਨੱਠ ਗਏ। ਇੱਕ ਦਿਨ ਫਿਰ ਪ੍ਰਭੂ ਵੱਲੋਂ ਇੱਕ ਦੁਸ਼ਟ ਆਤਮਾ ਨੇ ਸਾਊਲ ਉੱਤੇ ਅਧਿਕਾਰ ਕਰ ਲਿਆ। ਉਹ ਉਸ ਵੇਲੇ ਆਪਣੇ ਘਰ ਵਿੱਚ ਨੇਜਾ ਲਈ ਬੈਠਾ ਹੋਇਆ ਸੀ ਅਤੇ ਦਾਊਦ ਉਸ ਸਾਹਮਣੇ ਬਰਬਤ ਵਜਾ ਰਿਹਾ ਸੀ। ਸਾਊਲ ਨੇ ਉਸ ਸਮੇਂ ਦਾਊਦ ਨੂੰ ਨੇਜੇ ਨਾਲ ਬਿੰਨਣਾ ਚਾਹਿਆ, ਪਰ ਦਾਊਦ ਆਪਣੀ ਚਲਾਕੀ ਨਾਲ ਬਚ ਗਿਆ ਤੇ ਨੇਜਾ ਕੰਧ ਵਿੱਚ ਖੁੱਭ ਗਿਆ। ਦਾਊਦ ਉੱਥੋਂ ਨੱਠ ਕੇ ਬਚ ਗਿਆ। ਫਿਰ ਉਸ ਰਾਤ ਸਾਊਲ ਨੇ ਕੁਝ ਆਦਮੀਆਂ
ਨੂੰ ਦਾਊਦ ਦੇ ਘਰ ਦਾ ਘੇਰਾ ਕਰਨ ਲਈ ਘੱਲਿਆ ਕਿ ਉਸ ਨੂੰ ਅਗਲੀ ਸਵੇਰੇ ਕਤਲ ਕਰੇ। ਪਰ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਜੇਕਰ ਤੂੰ ਅੱਜ ਘਰ ਦੇ ਅੰਦਰ ਰਿਹਾ ਤਾਂ ਕੱਲ ਤੂੰ ਮਾਰਿਆ ਜਾਵੇਂਗਾ। ਇਸ ਲਈ ਉਸਨੇ ਦਾਊਦ ਨੂੰ ਪਿਛਲੀ ਖਿੜਕੀ ਵਿੱਚੋਂ ਦੀ ਥੱਲੇ ਧਾਰ ਦਿੱਤਾ ਅਤੇ ਉਹ ਨੱਠ ਕੇ ਬਚ ਗਿਆ। ਫਿਰ ਮੀਕਲ ਨੇ ਆਪਣੇ ਘਰ ਦੇ ਦੇਵਤੇ ਦਾ ਬੁੱਤ ਲੈ ਕੇ ਦਾਊਦ ਦੇ ਬਿਸਤਰੇ ਉੱਤੇ ਲੰਮਾ ਪਾ ਦਿੱਤਾ ਤੇ ਉਸਦੇ ਸਿਰ ਹੇਠ ਬੱਕਰੀ ਦਾ ਖਲ ਦਾ ਬਣਿਆ ਸਿਰਹਾਣਾ ਰੱਖ ਕੇ ਉੱਪਰ ਕੱਪੜਾ ਦੇ ਦਿੱਤਾ। ਸੋ ਜਦੋਂ ਸਾਊਲ ਦੇ ਆਦਮੀ ਦਾਊਦ ਨੂੰ ਲੈਣ ਆਏ ਤਾਂ ਮੀਕਲ ਨੇ ਉੱਤਰ ਦਿੱਤਾ, ਉਹ ਬਿਮਾਰ ਹੈ। ਪਰ ਸਾਊਲ ਨੇ ਆਪਣੇ ਆਦਮੀਆਂ ਨੂੰ ਕਿਹਾ, ਤੁਸੀਂ ਆਪ ਜਾ ਕੇ ਦੇਖੋ ਅਤੇ ਉਸਨੂੰ ਬਿਸਤਰੇ ਸਣੇ ਚੁੱਕ ਕੇ ਇੱਥੇ ਲੈ ਆਵੋ ਕਿ ਮੈਂ ਉਸਨੂੰ ਕਤਲ ਕਰਾਂ। ਸੋ ਉਹ ਆਦਮੀ ਅੰਦਰ ਗਏ ਅਤੇ ਜਾ ਕੇ ਦੇਖਿਆ ਕਿ ਬਿਸਤਰੇ ਉੱਤੇ ਘਰ ਦੇ ਦੇਵਤਾ ਦਾ ਬੁੱਤ ਹੈ ਤੇ ਉਸਦੇ ਸਿਰ ਹੇਠ ਬੱਕਰੀ ਦੀ ਖਲ ਦਾ ਬਣਿਆ ਸਿਰਹਾਣਾ ਰੱਖਿਆ ਹੋਇਆ ਹੈ। ਸਾਊਲ ਨੇ ਮੀਕਲ ਨੂੰ ਕਿਹਾ, ਤੂੰ ਮੇਰੇ ਵੈਰੀ ਨੂੰ ਮੇਰੇ ਹੱਥੋਂ ਇਸ ਤਰ੍ਹਾਂ ਕਿਉਂ ਬਚਣ ਦਿੱਤਾ? ਮੀਕਲ ਨੇ ਉੱਤਰ ਦਿੱਤਾ, ਉਸਨੇ ਕਿਹਾ ਸੀ, ਜੇਕਰ ਮੈਂ ਉਸਦੀ ਮਦਦ ਨਹੀਂ ਕਰਾਂਗੀ ਤਾਂ ਉਹ ਮੈਨੂੰ ਕਤਲ ਕਰ ਦੇਵੇਗਾ। ਸੋ ਦਾਊਦ ਉੱਥੋਂ ਬਚ ਕੇ ਗਮਾਹ ਵਿੱਚ ਸੈਮੂਅਲ ਕੋਲ ਚਲਾ ਗਿਆ। ਉਸਨੇ ਸੈਮੂਅਲ ਨੂੰ ਸਭ ਕੁਝ ਦੱਸਿਆ ਜੋ ਸਾਊਲ ਨੇ ਉਸ ਨਾਲ ਕੀਤਾ ਸੀ। ਤਦ ਸੈਮੂਅਲ ਅਤੇ ਦਾਊਦ ਰਮਾਹ ਤੋਂ ਨਿਯੋਤ ਵਿੱਚ ਚਲੇ ਗਏ। ਇਸ ਬਾਰੇ ਸਾਊਲ ਨੂੰ ਵੀ ਖਬਰ ਮਿਲ ਗਈ ਕਿ ਦਾਊਦ ਰਮਾਹ ਦੇ ਨਥੂਨ ਵਿੱਚ ਹੈ। ਸੋ ਸਾਊਲ ਨੇ ਦਾਊਦ ਨੂੰ ਫੜਨ ਲਈ ਆਦਮੀ ਘੱਲੇ। ਜਦੋਂ ਆਦਮੀ ਨਿਯੋਤ ਵਿੱਚ ਪਹੁੰਚੇ ਤਾਂ ਉਸੇ ਵੇਲੇ ਇੱਕ ਨਬੀਆਂ ਦੀ ਟੋਲੀ ਸੀ ਜਿਸ ਦੇ ਸਾਹਮਣੇ ਸੈਮੂਅਲ ਖਲੋਤਾ ਹੋਇਆ ਸੀ। ਤਦ ਪਰਮੇਸ਼ਰ ਦਾ ਆਤਮਾ ਸਾਊਲ ਦੇ ਆਦਮੀਆਂ ਉੱਤੇ ਵੀ ਉਤਰ ਆਇਆ ਤੇ ਉਹ ਵੀ ਬਾਕੀ ਦੇ ਨਬੀਆਂ ਨਾਲ ਅਗੰਮੀ ਵਾਕ ਕਰਨ ਲੱਗੇ। ਜਦੋਂ ਸਾਊਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਦੂਜੀ ਵਾਰ ਹੋਰ ਆਦਮੀ ਘੱਲੇ, ਪਰ ਉਹ ਵੀ ਨਿਯੋਤ ਵਿੱਚ ਪਹੁੰਚਦਿਆਂ ਅਗੰਮੀ ਵਾਕ ਕਰਨ ਲੱਗੇ। ਤਦ ਸਾਊਲ ਨੇ ਤੀਜੀ ਵਾਰ ਆਦਮੀ ਘੱਲੇ, ਪਰ ਉਹ ਅਗੰਮੀ ਵਾਕ ਕਰਨ ਲੱਗੇ। ਅੰਤ ਵਿੱਚ ਉਹ ਆਪ ਰਮਾਹ ਨੂੰ ਗਿਆ ਤੇ ਸੇਕੂ ਦੇ ਖੂਹ ਕੋਲ ਪਹੁੰਚ ਗਏ। ਉਸਨੇ ਪੁੱਛਿਆ, ਸੈਮੂਅਲ ਅਤੇ ਦਾਊਦ ਕਿੱਥੇ ਹਨ? ਉਸ ਨੂੰ ਉੱਤਰ ਮਿਲਿਆ, ਉਹ ਰਮਾਹ ਦੇ ਨਯੋਤ ਵਿੱਚ ਹਨ। ਜਦੋਂ ਸਾਊਲ ਨਯੋਤ ਵੱਲ ਜਾ ਰਿਹਾ ਸੀ ਤਾਂ ਰਾਹ ਵਿੱਚ ਹੀ ਉਸ ਉੱਤੇ ਵੀ ਪਰਮੇਸ਼ਰ ਦਾ ਆਤਮਾ ਉੱਤਰ ਆਇਆ ਤੇ ਉਹ ਵੀ ਅਗੰਮੀ ਵਾਕ ਕਰਦਾ ਹੋਇਆ ਨਯੋਤ ਵੱਲ ਚੱਲਣ ਲੱਗਾ। ਉਸਨੇ ਆਪਣੇ ਸਭ ਕੱਪੜੇ ਲਾ ਸੁੱਟੇ ਅਤੇ ਉਹ ਸੈਮੂਅਲ ਦੇ ਸਾਹਮਣੇ ਸਾਰਾ ਦਿਨ ਅਤੇ ਸਾਰੀ ਰਾਤ ਨੰਗਾ ਅਗੰਮੀ ਵਾਕ ਕਰਦਾ ਰਿਹਾ। ਇਹੀ ਕਾਰਨ ਹੈ ਕਿ ਇਹ ਕਹਾਵਤ ਚੱਲੀ ਕਿ ਸਾਊਲ ਵੀ ਨਬੀ ਹੈ। ਇੱਥੇ ਤੇ ਪੜ੍ਹ ਜਿਸ ਲਈ ਹੁਣ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ। 19ਵੇਂ ਭਾਗ ਦੇ ਵਿੱਚ ਬੜੀ ਪਿਆਰੀ ਚੀਜ਼ ਸਾਨੂੰ ਹੁਣ ਉਸ ਵਚਨ ਨੇ ਦਿਖਾਈ ਕਿ ਪ੍ਰਭੂ ਨੇ ਫਿਰ ਵੀ ਉਸ ਨੂੰ ਇੱਕ ਮੌਕਾ ਦਿੱਤਾ ਹੈ। ਸਾਊਲ ਨੂੰ ਫਿਰ ਵੀ ਉਸਨੇ ਇੱਕ ਮੌਕਾ ਦਿੱਤਾ ਔਰ ਇਹਦੇ ਵਿੱਚ ਇੱਕ ਬੜੀ ਅਜੀਬ ਸਾਰੇ ਚੈਪਟਰ ਦੇ ਵਿੱਚ ਅਗਰ ਤੁਸੀਂ ਪਿਕ ਕੀਤੀ ਹੋਵੇ ਉਹ ਕਿਹੜੀ ਹੈ? ਇੱਕ ਬੜੀ ਔਰ ਚੀਜ਼ ਜਿਹੜੀ ਉਹ ਸਰਾਣੇ ਦੇ ਥੱਲੇ ਰੱਖਦੀ ਆ ਉਹਦੀ ਵਾਈਫ। ਹਾਂ, ਜੇ ਤੂੰ ਪ੍ਰਭੂ ਨੂੰ ਮੰਨਦਾ ਤਾਂ ਤੇਰੇ ਘਰ ਦੇਵਤਿਆਂ ਦੀਆਂ ਮੂਰਤੀਆਂ ਕੀ ਕਰਦੀਆਂ ਪਈਆਂ? ਤੇਰੇ ਬੱਚੇ ਦੇਵਤਿਆਂ ਨੂੰ ਵੀ ਮੰਨਦੇ ਆ ਨਾ। ਇਹ ਸਭ ਤੋਂ ਔਰ ਚੀਜ਼ ਇੱਥੋਂ ਪਤਾ ਲੱਗਦਾ ਕਿ ਉਹ ਜਿਹੜੇ ਪਹਿਲੇ ਸਾਰੇ ਕੰਮ ਅਵਗਿਆਕਾਰੀ ਦੇ ਕੰਮ ਜਿਹੜੇ ਉਹ ਕਰਦਾ ਸੀਗਾ ਉਹ ਕਿਉਂ ਕਰਦਾ ਸੀ? ਉਹ ਸਾਰੇ ਪੁੱਠੇ ਕੰਮ ਕਿਉਂ ਕਰਦਾ ਸੀ? ਕਿਉਂ ਪ੍ਰਭੂ ਦੇ ਰਸਤਿਆਂ ਤੇ ਚੱਲਣਾ ਉਹਦੇ ਲਈ ਇੰਨਾ ਔਖਾ ਹੋਇਆ ਸੀ? ਕਿਉਂਕਿ ਉਸਦੇ ਘਰ ਹਾਲੇ ਵੀ ਬੁੱਤ ਪ੍ਰਸਤੀ ਹੁੰਦੀ ਸੀ। ਇਹ ਬੁੱਤ ਪ੍ਰਸਤੀ ਕਿੱਥੋਂ ਆਈ? ਕਿਹੜੇ ਸੀ ਉਹ ਬੁੱਤ ਜਿਨ੍ਹਾਂ ਦੀ ਉਹ ਪੂਜਾ ਕਰਦਾ ਪਿਆ ਸੀ? ਤੁਹਾਨੂੰ ਬਚਨ ਚ ਦਿਖਾਉਣਾ ਇੱਕ ਹਿੱਸਾ ਬੜਾ ਪਿਆਰਾ ਹਿੱਸਾ। ਸਾਰੀਆਂ ਚੀਜ਼ਾਂ ਉਹ ਕਿੱਦਾਂ ਇੱਕ ਦੂਸਰੇ ਦੇ ਨਾਲ ਜੁੜਦੀਆਂ। ਮੈਨੂੰ
me just find it. अच्छा, मेरे नाल उत्पत दा 31 भाव, उत्पत दा 31 भाव उसदी 22 आयत तो ਅਸੀਂ ਦੇਖਾਂਗੇ। ਔਰ ਇਹ ਜਿਹੜੀ ਸਾਊਲ ਦੀ ਦਾਦੀ ਆ, ਇਹ ਉਸ ਦੀ ਕਹਾਣੀ, ਔਰ ਉਸਦਾ ਨਾਮ ਰੇਚਲ ਸੀ, ਰਾਖੇਲ ਸੀ। ਔਰ ਅਸੀਂ ਉਸਨੂੰ ਦੇਖਦੇ ਹਾਂ। ਮੇਰੇ ਨਾਲ ਆਓ 45 ਪੰਨਾ, ਇੱਥੇ ਆਪਣਾ ਹੱਥ ਰੱਖਿਓ, ਅਸੀਂ ਥੋੜਾ ਜਿਹਾ ਹਿੱਸਾ ਪੜ੍ਹਨਾ, ਇੱਥੇ ਗਵਾਇਓ ਨਾ। ਉਸਦੀ 22 ਆਇਤ ਅਗਰ ਤੁਸੀਂ ਲਿਖਣਾ ਮੰਗਦੇ ਹੋ ਉੱਥੇ ਵੀ ਕਿਹੜੇ ਬੁੱਤ ਸੀਗੇ ਉਹਨਾਂ ਦੇ ਕੋਲ ਜਿਨ੍ਹਾਂ ਦੀ ਉਹ ਪੂਜਾ ਕਰਦੇ ਸੀਗੇ, ਤਾਂ ਉੱਥੋਂ ਸਾਨੂੰ ਪਤਾ ਲੱਗੇਗਾ। ਸੋ ਆਓ ਮੇਰੇ ਨਾਲ 22 ਆਇਤ ਤੋਂ ਲੈ ਕੇ ਕੋਈ ਜਾਣਾ ਇਸ ਦੀਆਂ 36 ਆਇਤ ਤੱਕ। ਸੋ ਐਨੀ ਹਾਊ ਜਿਹੜੀ ਦੇਖਣ ਵਾਲੀ ਚੀਜ਼ ਇਹ ਹੈ ਕਿ ਦਾਊਦ ਆਪਣੀਆਂ ਦੋਨਾਂ ਪਤਨੀਆਂ ਨੂੰ ਲੈ ਕੇ ਔਰ ਆਪਣੇ ਬੱਚਿਆਂ ਨੂੰ ਲੈ ਕੇ ਔਰ ਆਪਣੇ ਇੱਜੜ ਨੂੰ ਲੈ ਕੇ ਆਪਣੇ ਸਹੁਰੇ ਤੋਂ ਦੌੜ ਆਇਆ ਔਰ ਵਾਪਸ ਆਪਣੀ ਧਰਤੀ ਤੇ ਆ ਰਿਹਾ। ਔਰ ਉਹਨੂੰ ਇਸ ਚੀਜ਼ ਦਾ ਜਿਸ ਲਈ ਪਤਾ ਲੱਗਾ ਤੇ ਉਸਨੇ ਉਹਦੇ ਪਿੱਛੇ ਚੜਾਈ ਕਰ, ਪਰ ਰਸਤੇ ਦੇ ਵਿੱਚ ਪ੍ਰਭੂ ਨੇ ਉਸ ਨੂੰ ਖੜਾ ਕਰਕੇ ਲਾਬਾਨ ਨੂੰ ਇਹ ਚੀਜ਼ ਕਹੀ ਕਿ ਉਹਦਾ ਨੁਕਸਾਨ ਨਾ ਕਰੇ। ਪਰ ਉਸਨੇ ਫਿਰ ਵੀ ਉਸਦਾ ਪਿੱਛਾ ਕੀਤਾ। ਔਰ ਆਓ ਅਸੀਂ ਇਸ ਨੂੰ 22 ਆਇਤ ਤੋਂ ਲੈ ਕੇ ਹੁਣ ਅੱਗੇ ਦੇਖੀਏ। ਹਾਂਜੀ, ਲਾਬਾਨ ਯਾਕੂਬ ਦਾ ਪਿੱਛਾ ਕਰਦਾ ਹੈ। ਲਾਬਾਨ ਨੂੰ ਯਾਕੂਬ ਦੇ ਚਲੇ ਜਾਣ ਦੇ ਬਾਰੇ ਤੀਜੇ ਦਿਨ ਪਤਾ ਲੱਗਾ ਕਿ ਉਹ ਨੱਠ ਗਿਆ ਹੈ। ਤਦ ਲਾਬਾਨ ਨੇ ਆਪਣੇ ਸੰਬੰਧੀਆਂ ਨੂੰ ਨਾਲ ਲੈ ਕੇ 7 ਦਿਨਾਂ ਤੱਕ ਗਿਲਿਆਦ ਦੇ ਪਹਾੜਾਂ ਤੱਕ ਯਾਕੂਬ ਦਾ ਪਿੱਛਾ ਕੀਤਾ। ਪਰ ਪਰਮੇਸ਼ਵਰ ਨੇ ਲਾਬਾਨ ਅਰਾਮੀ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਖਬਰਦਾਰ ਯਾਕੂਬ ਨੂੰ ਕੋਈ ਮੰਦਾ ਚੰਗਾ ਸ਼ਬਦ ਨਾ ਕਹਿਣਾ। ਸੋ ਲਾਬਾਨ ਯਾਕੂਬ ਕੋਲ ਪਹੁੰਚ ਗਿਆ। ਯਾਕੂਬ ਨੇ ਆਪਣੇ ਤੰਬੂ ਪਹਾੜ ਦੇ ਉੱਤੇ ਲਾਏ ਹੋਏ ਸਨ ਅਤੇ ਲਾਬਾਨ ਨੇ ਪਹਾੜ ਦੇ ਹੇਠਲੇ ਕੰਢੇ ਤੇ। ਲਾਬਾਨ ਨੇ ਯਾਕੂਬ ਨੂੰ ਕਿਹਾ, ਤੂੰ ਮੈਨੂੰ ਕਿਉਂ ਧੋਖਾ ਦਿੱਤਾ? ਤੂੰ ਮੇਰੀਆਂ ਪੁੱਤਰੀਆਂ ਨੂੰ ਬੰਦੀਆਂ ਦੇ ਵਾਂਗ ਕਿਉਂ ਲੈ ਆਇਆ? ਤੂੰ ਲੁੱਕ ਕੇ ਕਿਉਂ ਨੱਠਿਆ? ਤੂੰ ਮੈਨੂੰ ਠੱਗਿਆ ਅਤੇ ਮੈਨੂੰ ਬਿਨਾਂ ਦੱਸਿਆਂ ਚਲਿਆ ਆਇਆ ਹੈ। ਪਤਾ ਚੱਲਣ ਤੇ ਮੈਂ ਤੈਨੂੰ ਬਾਜਿਆਂ ਗਾਜਿਆਂ ਨਾਲ ਖੁਸ਼ੀ ਦੇ ਗੀਤ ਗਾਉਂਦਿਆਂ ਘੱਲ ਸਕਦਾ ਸਾਂ। ਤੂੰ ਮੈਨੂੰ ਆਪਣੀਆਂ ਪੁੱਤਰੀਆਂ ਤੇ ਦੋਤੇ ਦੋਤੀਆਂ ਤੱਕ ਨੂੰ ਪਿਆਰ ਵੀ ਕਰਨ ਨਾ ਦਿੱਤਾ। ਮੈਂ ਤੇਰਾ ਇਸ ਸਭ ਦੇ ਬਦਲੇ ਵਿੱਚ ਨੁਕਸਾਨ ਕਰ ਸਕਦਾ ਸਾਂ। ਪਰ ਤੇਰੇ ਪੁਰਖਿਆਂ ਦੇ ਪਰਮੇਸ਼ਵਰ ਨੇ ਰਾਤ ਦੇ ਵੇਲੇ ਸੁਪਨੇ ਵਿੱਚ ਮੈਨੂੰ ਦਰਸ਼ਨ ਦੇ ਕੇ ਕਿਹਾ ਹੈ, ਖਬਰਦਾਰ ਯਾਕੂਬ ਨੂੰ ਕੋਈ ਮੰਦਾ ਚੰਗਾ ਸ਼ਬਦ ਨਾ ਕਹਿਣਾ। ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਜਾਣਾ ਚਾਹੁੰਦਾ ਸੀ, ਪਰ ਤੂੰ ਮੇਰੇ ਬੁੱਤ ਕਿਉਂ ਚੁਰਾ ਲਿਆਂਦੇ ਹਨ? ਯਾਕੂਬ ਨੇ ਉੱਤਰ ਦਿੱਤਾ, ਕਿਉਂਕਿ ਮੈਂ ਡਰ ਗਿਆ ਸਾਂ। ਮੈਂ ਸੋਚਦਾ ਸਾਂ ਕਿ ਤੁਸੀਂ ਮੇਰੇ ਤੋਂ ਆਪਣੀਆਂ ਧੀਆਂ ਖੋਹ ਲਵੋਗੇ, ਪਰ ਜਿਸ ਕਿਸੇ ਕੋਲੋਂ ਵੀ ਤੁਹਾਡੇ ਬੁੱਤ ਨਿਕਲਣ ਉਹ ਜਾਨੋਂ ਮਾਰ ਦਿੱਤਾ ਜਾਵੇਗਾ। ਇੱਥੇ ਆਪਣੇ ਸਾਕ ਸੰਬੰਧੀਆਂ ਦੇ ਸਾਹਮਣੇ ਦੱਸ, ਜੋ ਕੁਝ ਮੇਰੇ ਕੋਲ ਤੁਹਾਡਾ ਹੈ ਤੁਸੀਂ ਵਾਪਸ ਲੈ ਸਕਦੇ ਹੋ। ਯਾਕੂਬ ਨੂੰ ਇਹ ਪਤਾ ਨਹੀਂ ਸੀ ਕਿ ਰਾਖੇਲ ਨੇ ਬੁੱਤ ਚੋਰੀ ਕੀਤੇ ਹਨ। ਲਾਬਾਨ ਨੇ ਯਾਕੂਬ ਦਾ ਤੰਬੂ ਲਿਆ ਦਾ ਤੰਬੂ ਅਤੇ ਦੋਹਾਂ ਦਾਸੀਆਂ ਦੇ ਤੰਬੂ ਫੋਲੇ, ਪਰ ਉਸਨੂੰ ਕੁਝ ਨਾ ਮਿਲਿਆ। ਫਿਰ ਉਹ ਲਿਆ ਦੇ ਤੰਬੂ ਵਿੱਚੋਂ ਰਾਖੇਲ ਦੇ ਤੰਬੂ ਵਿੱਚ ਆਇਆ। ਰਾਖੇਲ ਉਹ ਘਰੇਲੂ ਬੁੱਤ ਚੜਾ ਕੇ ਊਠ ਦੀ ਕਾਠੀ ਵਿੱਚ ਲੁਕੋ ਰੱਖੇ ਸਨ, ਜਿਸ ਤੇ ਉਹ ਆਪ ਬੈਠੀ ਹੋਈ ਸੀ। ਲਾਬਾਨ ਨੇ ਉਸਦਾ ਵੀ ਸਾਰਾ ਤੰਬੂ ਫੋਲਿਆ, ਪਰ ਉਸਨੂੰ ਕੁਝ ਨਾ ਲੱਭਾ। ਰਾਖੇਲ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਬੁਰਾ ਨਾ ਮਨਾਉਣਾ, ਮੈਂ ਤੁਹਾਡੇ ਸਾਹਮਣੇ ਉੱਠੀ ਨਹੀਂ ਹਾਂ, ਕਿਉਂਕਿ ਮੈਨੂੰ ਮਾਂਵਾਰੀ ਆਈ ਹੋਈ ਹੈ। ਸੋ ਲਾਬਾਨ ਨੇ ਸਭ ਕੁਝ ਦੇਖਿਆ, ਪਰ ਉਸਨੂੰ ਬੁੱਤ ਨਾ ਮਿਲੇ। ਤਦ ਯਾਕੂਬ ਦਾ ਗੁੱਸਾ ਭੜਕ ਉੱਠਿਆ। ਇੱਥੇ ਤੱਕ ਠੀਕ ਹੈ ਦੋਸਤੋ। ਸੋ ਇਹ ਜਿਸ ਲਈ ਅਸੀਂ ਉਤਪਤ ਦੀ ਸਟੱਡੀ ਕਰਾਂਗੇ ਉਹਦੇ ਵਿੱਚ ਇਸ ਨੂੰ ਖੋਲ ਕੇ ਦੇਖਾਂਗੇ। ਸੋ ਇਹ ਸਾਊਲ ਕੌਣ? ਉਹਦੇ 2 ਪੁੱਤਰ ਸੀਗੇ ਔਰ ਦੋਵਾਂ ਦੇ ਵਿੱਚੋਂ ਜਿਹੜਾ ਛੋਟਾ ਸੀ ਉਹ ਵੱਡਾ ਯੂਸਫ ਸੀ, ਛੋਟਾ ਬਿਨਯਾਮੀਨ ਸੀ। ਬਿਨਯਾਮੀਨ ਦੇ ਕਬੀਲੇ ਦੇ ਵਿੱਚੋਂ ਸਾਊਲ ਸੀ। ਸਾਊਲ ਦਾ ਕਬੀਲਾ, ਬਿਨਯਾਮੀਨ ਦਾ ਕਬੀਲਾ ਜਿਹੜੀ ਉਹ ਮਾਂ ਬੁੱਤ ਲੈ ਕੇ ਆਈ ਸੀ ਨਾ,
ਉਹਨਾਂ ਦੀ ਪੂਜਾ ਹਾਲੇ ਵੀ ਕਰਦੇ ਪਏ ਸੀ ਕਿ ਉਹ ਬੁੱਤ ਸੀ, ਇਹ ਉਹ ਬੁੱਤ ਸੀ। ਬੁੱਤ ਪ੍ਰਸਤੀ ਦੀ ਸਜ਼ਾ ਪ੍ਰਭੂ ਦੇ ਵਚਨ ਚ ਬਹੁਤ ਵੱਡੀ ਹੈ, ਕਿਉਂਕਿ ਅਸੀਂ ਉਸ ਚੀਜ਼ ਨੂੰ ਪ੍ਰਭੂ ਦੇ ਬਰਾਬਰ ਬਣਾਉਂਦੇ ਔਰ ਪ੍ਰਭੂ ਨੂੰ ਉਸ ਚੀਜ਼ ਤੋਂ ਬਹੁਤ ਨਫ਼ਰਤ। ਔਰ ਉਹ ਬੁੱਤ ਜਿਹੜੇ ਆ ਰਾਜਕੁਮਾਰੀ ਦੇ ਕਕਸ਼ ਦੇ ਵਿੱਚ ਪਾਏ। ਦਾਊਦ ਨੂੰ ਉਸਨੇ ਘੱਲ ਦਿੱਤਾ, ਉਸਨੂੰ ਪਤਾ ਮੇਰਾ ਪਿਤਾ ਇਸਨੂੰ ਮਾਰ ਦੇਗਾ, ਇਸਨੂੰ ਮਾਰਨ ਨੂੰ ਫਿਰਦਾ, ਉਸਨੂੰ ਪਿਆਰ ਕਰਦੀ ਹੈ, ਉਸਨੇ ਪਿੱਛੋਂ ਕਿਹਾ ਨੱਠ ਜਾ। ਦਾਊਦ ਨੇ 3 ਵਾਰੀ ਹਮਲਾ ਕੀਤਾ ਨੇਜੇ ਦੇ ਨਾਲ, 3 ਵਾਰੀ ਉਹ ਬਚ ਗਿਆ। ਲੇਕਿਨ ਉਸਨੇ ਉਹ ਸਿਰਾਣੇ ਥੱਲੇ ਜਿਹੜਾ ਸੀ ਬੱਕਰੀ ਦੇ ਖਲ ਦਾ ਬਣਿਆ ਸਿਰਾਣਾ ਸੀ, ਉੱਥੇ ਬੁੱਤ ਲੰਮਾ ਪਾ ਕੇ ਉੱਤੇ ਰਜਾਈ ਲਗਾ ਦਿੱਤੀ ਸੀ। ਉਹ ਬੁੱਤ ਪ੍ਰਸਤੀ ਜਿਹੜੀ ਸੀ, ਇਹ ਸਾਰੇ ਚੈਪਟਰ ਚ ਇਹ ਮੇਨ ਚੀਜ਼ ਹੈ। ਬਾਕੀ ਤਾਂ ਕਹਾਣੀ ਚੱਲਦੀ ਪਈ ਦਾਊਦ ਦੀ, ਇਹ ਮੇਨ ਚੀਜ਼। ਪ੍ਰਭੂ ਨੇ ਉਸਨੂੰ ਕਿਉਂ ਛੱਡਿਆ? ਇਸ ਕਰਕੇ ਛੱਡਿਆ, ਪਰ ਪ੍ਰਭੂ ਨੇ ਹੁਣ ਉਸਨੂੰ ਇੱਕ ਆਖਰੀ ਮੌਕਾ ਦੇਣਾ, ਇੱਕ ਆਖਰੀ ਮੌਕਾ ਦੇਣਾ ਕਿ ਜਿਸ ਲਈ ਉਸਨੂੰ ਪਤਾ ਕਿ ਉਹ ਤਾਂ ਸੈਮੂਅਲ ਕੋ ਪਹੁੰਚ ਗਿਆ, ਤਾਂ ਸੈਮੂਅਲ ਕੋ ਪਹੁੰਚ ਗਿਆ ਤੇ ਉਸਨੂੰ ਪਤਾ ਕਿ ਸੈਮੂਅਲ ਪ੍ਰਭੂ ਦਾ ਨਬੀ। ਸੋ ਉਸ ਦੇ ਪਿੱਛੇ ਗਿਆ, ਦਿਮਾਗ 'ਚ ਹਾਲੇ ਵੀ ਉਹੀ ਚੀਜ਼ ਹੈ ਕਿ ਉਸਨੂੰ ਮਾਰਨ ਦੀ। ਸੋ ਉਸਨੇ ਰਸਤੇ ਦੇ ਵਿੱਚ ਪਹਿਲਾਂ ਇੱਕ ਗਰੁੱਪ ਘੱਲਿਆ, ਉੱਥੇ ਪ੍ਰਭੂ ਦੀ ਬੰਦਗੀ ਹੁੰਦੀ ਪਈ ਸੀ ਔਰ ਉਹ ਵੀ ਲੋਕ ਪ੍ਰਭੂ ਦੀ ਬੰਦਗੀ 'ਚ ਲੱਗ ਗਏ। ਪ੍ਰਭੂ ਨੇ ਉਹ ਜਿਹੜੇ ਕੰਮ ਆਏ ਸੀ ਉਹ ਭੁਲਾ ਹੀ ਦਿੱਤਾ। ਅਗਲਾ ਗਰੁੱਪ ਗਿਆ, ਉਹ ਵੀ ਪ੍ਰਭੂ ਦੀ ਬੰਦਗੀ 'ਚ ਲੱਗ ਗਿਆ। ਤੀਸਰਾ ਗਰੁੱਪ ਘੱਲਿਆ, ਉਹ ਵੀ ਪ੍ਰਭੂ ਦੀ ਬੰਦਗੀ ਦੇ ਵਿੱਚ ਲੱਗ ਗਿਆ। ਸਾਊਲ ਆਇਆ ਔਰ ਰਸਤੇ ਦੇ ਵਿੱਚ ਆਉਂਦੇ ਆਉਂਦੇ ਨੇ ਪ੍ਰਭੂ ਦੇ ਆਤਮਾ ਨੇ ਉਸ ਨੂੰ ਆਖਰੀ ਮੌਕਾ ਦਿੱਤਾ। ਪ੍ਰਭੂ ਦੇ ਆਤਮਾ ਦੇ ਨਾਲ ਭਰ ਗਿਆ ਔਰ ਉਹ 2 ਦਿਨ ਤੱਕ ਪ੍ਰਭੂ ਦੀ ਉੱਥੇ ਬੰਦਗੀ ਕਰਦਾ ਰਿਹਾ। ਅਗੰਮੀ ਵਾਕ ਕਰਦਾ ਪਿਆ ਸੀ। ਇਸ ਕਰਕੇ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਬੜੀ ਪਿਆਰੀ ਆਇਤ ਆਉਂਦੀ ਜਿਹੜੀ ਪ੍ਰਭੂ ਯਿਸੂ ਮਸੀਹ ਨੇ। ਪ੍ਰਭੂ ਦਾ ਆਤਮਾ ਸਾਨੂੰ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਅਸੀਂ ਪਰਾਈਆਂ ਬੋਲੀਆਂ ਬੋਲੀਏ, ਹੀਲ ਕਰੀਏ, ਉਹ ਕਰੀਏ, ਆਪ ਕਰੀਏ, ਪ੍ਰੀਚ ਕਰੀਏ। ਉਹ ਪ੍ਰਭੂ ਦੇ ਆਤਮਾ ਦੇ ਕੰਮ ਇਸ ਕਰਕੇ ਹੁੰਦੇ ਪਏ ਆ ਕਿਉਂਕਿ ਐਜ਼ ਅ ਵੈਸਲ ਉਹ ਸਾਡੇ ਰਾਹੀਂ ਕੰਮ ਕਰ ਰਿਹਾ, ਪਰ ਮੇਰੇ ਲਈ ਉਹਦੇ ਵਿੱਚ ਵੀ ਹੈ। ਮੇਰੇ ਵਿੱਚ ਉਸਦੇ ਲਈ ਇਹ ਆ ਕਿ ਉਹ ਮੈਨੂੰ ਪਵਿੱਤਰ ਕਰਦਾ, ਉਹ ਦੁਸ਼ਟਤਾ ਮੇਰੇ ਅੰਦਰ ਕੱਢਦਾ। ਮੇਰੀ ਜਾਨ ਦੀ ਪਰਸਨਲੀ ਜਿਹੜੀ ਮੇਰੀ ਜਾਨ ਦੇ ਲਈ ਉਹ ਆਉਂਦਾ, ਉਹ ਇਸ ਕਰਕੇ ਆਉਂਦਾ। ਜੇ ਉਹ ਸੋਡੇ ਵਾਲੀ ਬੋਤਲ ਜਿਹੜਾ ਕੱਪੜੇ ਧੋਣ ਵਾਲੇ ਸੋਡੇ ਦੀ ਜਿਹੜੀ ਬੋਤਲ ਹੁੰਦੀ ਹੈ, ਜੇ ਇੰਨੇ ਕੱਪੜੇ ਧੋਣ ਤੋਂ ਬਾਅਦ ਜੇ ਆਪ ਫਿਰ ਵੀ ਅੰਦਰੋਂ ਗੰਦੀ ਰਹੇ ਤੇ ਫਿਰ ਇੰਨੇ ਕੱਪੜੇ ਧੋਣ ਦਾ ਫਾਇਦਾ ਕੀ? What's the purpose? ਪ੍ਰਭੂ ਇਹ ਨਹੀਂ ਚਾਹੁੰਦਾ ਕਿ ਉਹ ਪਾਣੀ ਜਿਹੜਾ ਹਜ਼ਾਰਾਂ ਨੂੰ ਸ਼ੁੱਧ ਕਰਦਾ ਔਰ ਉਹਦੇ ਅੰਦਰ ਰਹਿ ਰਹੀ ਮੱਛੀ ਦੇ ਵਾਂਗ ਮੇਰੇ ਅੰਦਰੋਂ ਸੁਣਾਉਂਦਾ। ਸੋ ਪ੍ਰਭੂ ਨੇ ਉਸ ਨੂੰ ਇੱਕ ਮੌਕਾ ਹੋਰ ਦਿੱਤਾ, ਅਗੰਮੀ ਵਾਕ। ਪਰ ਸਾਊਲ ਨੇ ਅਗੰਮੀ ਵਾਕ ਵੀ ਕੀਤੇ, ਪਰ ਸਾਊਲ ਦੀ ਨੇਚਰ 'ਚ ਕੋਈ ਚੀਜ਼, ਕੋਈ ਫਰਕ ਨਹੀਂ ਆਇਆ। ਉਹਦੇ ਅੰਦਰ ਦੇ ਇਨਸਾਨ ਦੇ ਵਿੱਚ ਕੋਈ ਫਰਕ ਨਹੀਂ ਆਇਆ। ਉਹਦਾ ਅੰਦਰ ਦਾ ਇਨਸਾਨ ਉਸੇ ਤਰ੍ਹਾਂ ਦੁਸ਼ਟਤਾ ਦੇ ਨਾਲ, ਜਿਨ੍ਹਾਂ ਦੇ ਲਈ ਅਗੰਮੀ ਵਾਕ ਕੀਤੇ
ਉਹਨਾਂ ਨੂੰ ਬਰਕਤ ਮਿਲ ਗਈ ਹੋਏਗੀ ਤੇ ਸਾਊਲ ਨੇ ਆ ਚੀਜ਼ ਕਹੀ, ਪ੍ਰਭੂ ਨੇ ਉਹਦੇ ਰਾਹੀਂ ਸਾਨੂੰ ਆ ਚੀਜ਼ ਕਹੀ ਹੈ, ਉਹ ਬਰਕਤ ਪਾ ਕੇ ਚਲੇ ਗਏ, ਪਰ ਉਹਦੇ ਅੰਦਰ ਕੋਈ ਫਰਕ ਨਹੀਂ। ਜ਼ਬੂਰ 12 ਪੜ੍ਹਦੇ ਹਾਂ, ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ। ਕੱਲ ਨੂੰ ਅਸੀਂ ਸਾਡੇ ਜ਼ਬੂਰ ਜ਼ਿਆਦੇ ਹੋਣਗੇ ਥੋੜੇ ਜਿਹੇ, ਸੋ ਅਸੀਂ 2-3 ਜ਼ਬੂਰ ਪਹਿਲਾਂ ਪੜਾਂਗੇ, 2-3 ਜ਼ਬੂਰ ਬਾਅਦ ਚ ਪੜਾਂਗੇ। ਸੋ ਆਓ ਜ਼ਬੂਰ 12 ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹਦੇ। ਮੈਂ ਪੜ੍ਹਦੀ ਹਾਂ ਫਸਟ ਜੀ। ਹਾਂਜੀ। ਹੇ ਪ੍ਰਭੂ ਮਦਦ ਕਰ, ਕਿਉਂਕਿ ਭਲੇ ਲੋਕ ਨਹੀਂ ਰਹੇ ਹਨ। ਵਿਸ਼ਵਾਸੀ ਧਰਤੀ ਨਿਵਾਸੀਆਂ ਵਿੱਚੋਂ ਖਤਮ ਹੋ ਚੁੱਕੇ ਹਨ। ਹਰ ਕੋਈ ਆਪਣੇ ਗੁਆਂਢੀ ਨਾਲ ਝੂਠ ਬੋਲਦਾ ਹੈ। ਉਹ ਚੋਪੜੀਆਂ ਅਤੇ ਦੋ ਅਰਥੀ ਗੱਲਾਂ ਕਰਦੇ ਹਨ। ਹੇ ਪ੍ਰਭੂ, ਤੂੰ ਚੋਪੜੀਆਂ ਗੱਲਾਂ ਕਰਨ ਵਾਲਿਆਂ ਮੂੰਹਾਂ ਨੂੰ ਬੰਦ ਕਰ, ਤੂੰ ਹੰਕਾਰੀ ਜੀਵ ਨੂੰ ਕੱਟ ਦੇ। ਇਹੋ ਜਿਹੇ ਲੋਕ ਕਹਿੰਦੇ ਹਨ, ਅਸੀਂ ਆਪਣੀਆਂ ਗੱਲਾਂ ਦੇ ਸਹਾਰੇ ਸਫਲ ਹੋਵਾਂਗੇ। ਸਾਡਾ ਮਾਲਕ ਕੌਣ ਹੋ ਸਕਦਾ ਹੈ? ਸਾਡੇ ਮੂੰਹ ਸਾਡੇ ਆਪਣੇ ਅਧਿਕਾਰ ਵਿੱਚ ਹਨ। ਪ੍ਰਭੂ ਦਾ ਵਚਨ ਹੈ, ਮੈਂ ਹੁਣ ਉੱਠ ਰਿਹਾ ਹਾਂ, ਕਿਉਂਕਿ ਗਰੀਬ ਲੁੱਟਿਆ ਜਾ ਰਿਹਾ ਹੈ। ਲੋੜਵੰਦ ਦੀ ਪੁਕਾਰ ਮੇਰੇ ਤੱਕ ਪਹੁੰਚੀ ਹੈ। ਮੈਂ ਉਸ ਨੂੰ ਸੁਰੱਖਿਅਤ ਥਾਂ ਤੇ ਰੱਖਾਂਗਾ। ਉਸ ਨੂੰ ਇਸੇ ਦੀ ਚਾਹ ਹੈ। ਪ੍ਰਭੂ ਦਾ ਵਚਨ ਸ਼ੁੱਧ ਹੈ। ਉਹ ਉਸ ਚਾਂਦੀ ਵਰਗਾ ਹੈ ਜੋ ਭੱਠੀ ਵਿੱਚ 7 ਵਾਰ ਤਾ ਕੇ ਸ਼ੁੱਧ ਕੀਤੀ ਗਈ ਹੈ। ਹੇ ਪ੍ਰਭੂ, ਤੂੰ ਸਾਡੀ ਰੱਖਿਆ ਕਰ। ਤੂੰ ਸਾਨੂੰ ਇਸ ਪੀੜ੍ਹੀ ਦੇ ਲੋਕਾਂ ਕੋਲੋਂ ਹਮੇਸ਼ਾ ਤੱਕ ਬਚਾ। ਹਰ ਪਾਸੇ ਦੁਸ਼ਟ ਹੀ ਦੁਸ਼ਟ ਹਨ। ਹਰ ਕੋਈ ਨੀਚਤਾ ਦੀ ਵਡਿਆਈ ਕਰਦਾ ਹੈ। ਆਮੀਨ। ਸੋ ਇਸ ਜ਼ਬੂਰ ਦੇ ਵਿੱਚ ਤੁਸੀਂ ਉਸ ਚੀਜ਼ ਦੀ ਮਹਿਕ ਦੇਖ ਸਕਦੇ ਹੋ, ਜਿਸ ਲਈ ਜੋਨਾਥਨ ਆਪਣੇ ਬਾਪ ਨੂੰ ਖੇਤ ਦੇ ਵਿੱਚ ਲੈ ਕੇ ਗਿਆ। ਉਹ ਦਾਊਦ ਉਸੇ ਖੇਤ ਦੇ ਵਿੱਚ ਰੁਕਿਆ ਹੈ ਤੇ ਉਹ ਆਪਣੇ ਬਾਪ ਨੂੰ ਇਕੱਲੇ ਨੂੰ ਕੱਢ ਕੇ ਇੱਕ ਪਾਸੇ ਲੈ ਕੇ ਗਿਆ। ਉਹਨੂੰ ਸਾਰਿਆਂ ਦੇ ਸਾਹਮਣੇ ਤੋਂ ਕਹਿ ਨਹੀਂ ਸਕਦਾ ਕਿ ਦੇਖ ਉਹਨੇ ਤੇਰਾ ਕੀ ਮਾੜਾ ਕੀਤਾ, ਤੂੰ ਉਹਦਾ ਪਾਪ ਦੱਸ, ਉਹਨੇ ਤੇਰੇ ਖਿਲਾਫ ਕੀ ਪਾਪ ਕੀਤਾ। ਉਸ ਕੋਲ ਕੁਛ ਵੀ ਨਹੀਂ ਸੀ ਦੱਸਣਾ, ਤੇ ਫਿਰ ਤੂੰ ਉਸਨੂੰ ਮਾਰਨਾ ਕਿਉਂ ਚਾਹੁੰਦਾ? ਥੋੜੀ ਦੇਰ ਦੇ ਲਈ ਆਪਣੇ ਪੁੱਤਰ ਦੀ ਗੱਲ ਮੰਨੀ ਕਿ ਹਾਂ ਅੱਛਾ ਮੈਂ ਗਲਤ ਹਾਂ, ਮੈਂ ਦਾਊਦ ਨੂੰ ਨਹੀਂ ਮਾਰ। ਉਸਨੇ ਜਾ ਕੇ ਦੱਸਿਆ ਕਿ ਡੈਡ ਨੇ ਕਿਹਾ ਕਿ ਹੁਣ ਤੈਨੂੰ ਨਹੀਂ ਮਾਰੇ। ਲੇਕਿਨ ਉਹ ਹੀ ਫੇਰ ਬਰਛਾ ਚੁੱਕਿਆ, ਸਿੱਧਾ ਉਹਦੇ ਵੱਲ ਮਾਰਿਆ। ਦੋ ਅਰਥੀ ਭਾਸ਼ਣ, ਨਿਕੰਮੇ ਕੰਮ, ਚੋਪੜੀਆਂ ਗੱਲਾਂ ਮੂੰਹ ਤੇ, ਪਿੱਛੇ ਛੁਰੀ ਆ। ਅਸੀਂ ਪ੍ਰਭੂ ਇਹਨਾਂ ਚੀਜ਼ਾਂ ਨੂੰ ਨਹੀਂ ਪਸੰਦ ਕਰਦੇ, ਪਰ ਇੱਕ ਬੜੀ ਪਿਆਰੀ ਚੀਜ਼ ਇੱਥੇ ਪ੍ਰਭੂ ਦਾ ਵਚਨ ਸ਼ੁੱਧ ਹੈ। ਉਹ ਉਸ ਚਾਂਦੀ ਵਰਗਾ ਹੈ ਜੋ ਭੱਠੀ ਦੇ ਵਿੱਚ 7 ਵਾਰ ਤਾ ਕੇ ਸ਼ੁੱਧ ਕੀਤੀ। ਔਰ ਉਸ ਦਾ ਵਚਨ ਸਾਡੇ ਅੰਦਰ ਹੀ ਕਰਦਾ, ਸਾਨੂੰ ਧੋਂਦਾ, ਸਾਨੂੰ ਸਾਫ਼ ਕਰਦਾ। ਔਰ ਜਿਹੜਾ ਅਸੀਂ 5ਵਾਂ ਜ਼ਬੂਰ ਪੜ੍ਹਿਆ ਸੀ, ਉਸ ਦੇ ਵਿੱਚ ਬੜਾ ਪਿਆਰਾ ਹਿੱਸਾ ਹੈ। ਇਹ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਹਿੱਸਾ। ਇਸਦਾ ਕਹਿੰਦਾ 7ਵੀਂ ਆਇਤ ਦੇਖੋ, 5ਵੀਂ ਦੀ 7ਵੀਂ ਆਇਤ, ਇਹ ਮੇਨ ਆਇਤ 5ਵੀਂ ਦੀ 7ਵੀਂ। ਪਰ ਤੇਰੇ ਅਸੀਮ ਪਿਆਰ ਦੇ ਕਾਰਨ, ਯਾਨੀ ਕਿ ਜਿਸਦੀ ਕੋਈ ਸੀਮਾ ਨਹੀਂ, ਇਸ ਤੋਂ ਪਹਿਲਾਂ ਸਾਰੇ ਬੁਰੇ ਕੰਮ ਉਸਨੇ ਦੱਸੇ, ਪਰ ਤੇਰੇ ਅਸੀਮ ਪਿਆਰ ਦੇ ਕਾਰਨ ਮੈਂ ਤੇਰੇ ਘਰ ਦੇ ਅੰਦਰ ਆ ਸਕਦਾ। ਮੈਂ ਤੇਰਾ ਪੈਰ ਰੱਖਦਾ ਹੋਇਆ ਤੇਰੇ ਮੰਦਿਰ ਦੇ ਵਿੱਚ ਤੇਰੀ ਉਪਾਸਨਾ ਕਰਾਂਗਾ। ਪ੍ਰਭੂ ਹਰ ਰੋਜ਼ ਸਾਨੂੰ ਆਪਣੀ ਹਜ਼ੂਰੀ ਚ ਲੈ ਕੇ ਆਉਂਦਾ। ਔਰ ਪ੍ਰਭੂ ਤੁਹਾਡੇ ਸਮੇਂ ਨੂੰ ਵਧਾਏ, ਪਰਸਨਲ ਸਮੇਂ ਨੂੰ ਵਧਾਏ, ਜਿਹੜਾ ਜੋ ਤੁਸੀਂ ਪ੍ਰਭੂ ਦੇ ਨਾਲ ਬਿਤਾਓ। ਉਹ ਸਮਾਂ ਜਿਹੜਾ ਅਸੀਂ ਉਸ ਦੇ ਨਾਲ ਬਿਤਾਈਏ, ਜਿਸ ਦੇ ਵਿੱਚ ਉਹ ਸੱਚਮੁੱਚ ਸਾਨੂੰ ਚਾਂਦੀ ਦੀ ਤਰ੍ਹਾਂ ਸਾਫ਼ ਕਰੇ, ਚਾਂਦੀ ਦੀ ਤਰ੍ਹਾਂ 7 ਵਾਰ ਸਾਫ਼ ਕਰੇ। ਭੱਠੀ ਤਾਂ ਆ ਕਿ ਉਹ ਚੀਜ਼ਾਂ ਛੱਡਣ ਨੂੰ ਦਿਲ ਨਹੀਂ ਕਰਦਾ, ਲੇਕਿਨ ਜਿਸ ਲਈ ਉਹ ਜਾਂਦੀਆਂ ਤੇ ਫਿਰ ਉੱਥੇ ਹੀਲਿੰਗ ਆਉਂਦੀ ਹੈ। ਉਹ ਹਿੱਸਾ ਆਤਮਾ ਦੇ ਨਾਲ ਕਰਦਾ। Let us pray। ਆਓ ਦੁਆ ਕਰੀਏ ਔਰ ਪ੍ਰਭੂ ਦੇ ਹੱਥਾਂ 'ਚ ਆਪਣੇ ਆਪ ਨੂੰ ਦੇਈਏ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ। ਰਵਨ, ਤੂੰ ਆਪਣੇ ਪਿਆਰ ਕਰਨ ਵਾਲਿਆਂ ਨੂੰ ਕਿੱਦਾਂ ਵੈਰੀ ਦੇ ਹਮਲਿਆਂ ਤੋਂ ਬਚਾਉਣਾ। ਔਰ ਪ੍ਰਭੂ ਜੀ, ਤੇਰੇ ਵਚਨ ਦੇ ਵਿੱਚ ਲਿਖਿਆ, ਜਿਨ੍ਹਾਂ ਚੀਜ਼ਾਂ ਨੂੰ ਅੱਖਾਂ ਨੇ ਦੇਖਿਆ ਨਹੀਂ, ਕੰਨਾਂ ਨੂੰ ਸੁਣਿਆ ਨਹੀਂ, ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਪ੍ਰਭੂ ਨੇ ਉਹ ਸਭ ਚੀਜ਼ਾਂ ਤਿਆਰ ਕੀਤੀ।
ਪਿਆਰੇ ਪ੍ਰਭੂ ਪਤਾ ਨਹੀਂ ਕੀ ਕੁਛ ਤੂੰ ਤਿਆਰ ਕੀਤਾ, ਸਾਡੇ ਰਸਤੇ 'ਚ ਰੱਖਿਆ, ਪਰ ਅਸੀਂ ਆਪਣੇ ਰਸਤੇ ਆਪ ਚੁਣੇ ਔਰ ਉਹਨਾਂ ਨੂੰ ਨਹੀਂ ਪਾ ਸਕੇ। ਮੇਰੇ ਪਿਆਰੇ ਪ੍ਰਭੂ, ਅੰਦਰੋਂ ਸ਼ੁੱਧ ਕਰ, ਪਵਿੱਤਰ ਆਤਮਾ ਦੇ ਨਾਲ ਭਰ, ਬਰਕਤ ਦੇ। ਆਪਣੇ ਬੱਚਿਆਂ ਨੂੰ ਪ੍ਰਭੂ ਜੀ ਤੇਰੇ ਕੋਲ ਲੈ ਕੇ ਆਉਂਦੇ, ਉਹਨਾਂ ਦੇ ਉੱਤੇ ਤੇਰੀ ਕਿਰਪਾ ਵਾਲਾ ਹੱਥ ਬਣਿਆ। ਪ੍ਰਭੂ ਜੀ ਇਸੇ ਤਰ੍ਹਾਂ ਜੋ ਸਾਡੇ ਬੱਚੇ ਯੋਗ ਹੋ ਚੁੱਕੇ ਆ, ਖੁਦਾਵੰਦ ਉਹਨਾਂ ਦੇ ਘਰ ਤੇਰੇ ਵਿੱਚ ਬਸ ਸਾਨੂੰ ਇੱਕ ਖੁਸ਼ੀ ਦਾ ਮੌਕਾ ਮਿਲੇ ਪ੍ਰਭੂ ਜੀ, ਉਹਨਾਂ ਨੂੰ ਵੱਧਦੇ ਫੁੱਲਦੇ ਦੇਖੇ। ਜੋ ਸਾਡੇ ਬੱਚੇ ਪ੍ਰਭੂ ਜੀ ਆਪਣੇ ਰਾਹ ਤੋਂ ਭਟਕ ਗਏ, ਪਿਆਰੇ ਪ੍ਰਭੂ ਜਿਸ ਤਰ੍ਹਾਂ ਭਟਕੇ ਹੋਏ ਸਾਊਲ ਨੂੰ ਤੂੰ ਮੋੜਿਆ, ਉਸਦੇ ਬੰਦੇ ਮੋੜ ਆਏ, ਉਹਨਾਂ ਬੰਦਿਆਂ ਦੀ ਤਰ੍ਹਾਂ ਪ੍ਰਭੂ ਜੀ ਸਾਡੇ ਬੱਚੇ ਮੋੜੋ। ਇਹ ਤੇ ਤੋਂ ਅਸੀਂ ਮੰਗਦੇ, ਆਪਣੇ ਸਾਰੇ ਸਮੇਂ ਨੂੰ ਪ੍ਰਭੂ ਜੀ ਅਸੀਂ ਤੇਰੇ ਹੱਥਾਂ ਦੇ ਵਿੱਚ ਸੌਂਪ ਕੇ, ਜੋ ਚੀਜ਼ਾਂ ਅਸੀਂ ਪ੍ਰਭੂ ਜੀ ਤੇਰੇ ਵਚਨ ਦੇ ਵਿੱਚੋਂ ਸਿੱਖੀਆਂ, ਇੱਕ ਕਥਾ ਬਣ ਕੇ ਨਾ ਜਾਏ, ਕਹਾਣੀ ਬਣ ਕੇ, ਪਰ ਪ੍ਰਭੂ ਜੀ ਇਹਨਾਂ ਸਭ ਚੀਜ਼ਾਂ ਦੇ ਵਿੱਚ ਜੋ ਸਾਡੇ ਲਈ ਨਹੀਂ ਪ੍ਰਭੂ ਜੀ, ਜਿਹਨਾਂ ਰਸਤਿਆਂ ਤੇ ਸਾਨੂੰ ਨਹੀਂ ਚੱਲਣਾ ਚਾਹੀਦਾ, ਉਹਨਾਂ ਤੇ ਨਾ ਚੱਲਣ ਦੇ ਲਈ ਪ੍ਰਭੂ ਜੀ ਤੂੰ ਸਾਨੂੰ ਤਾਕਤ ਦੇ, ਬੁੱਧੀ ਦੇ, ਸਮਰਥ ਦੇ। ਆਪਣਾ ਪਿਆਰੇ ਪ੍ਰਭੂ, ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੇ, ਸਾਡੇ ਅੱਗੇ ਸਾਡੇ ਪਿੱਛੇ, ਸੱਜੇ ਖੱਬੇ, ਪੈਰਾਂ ਦੇ ਵਿੱਚ ਛੋਟਾ ਰਸਤਾ, स्वर्ग तो तेरी निगाहबानी और पवित्र आत्मा दी अंदर सत्ते पासे तो प्रभु जी सानू संभाल के, हर पासे ते तेरी बाढ़, तेरी कृपा, दया, प्यार साडे नाल चले। ये सब कुछ असीं अपने प्रभु यसु मसीह दे मिठे और प्यारे नाम दे विच मांगदे हां। सारे प्यार बोलते हैं आमीन। बस प्रभु धन्यवाद करता है, तुहाडे सारियां दे नाम पढ़िया। हाय जोशुआ, हेलो पास्टर जी, एक प्रेयर रिक्वेस्ट है जी। जो साडे